ਦ ਸਿੱਖ ਵਿਊ ਪੁਆਇੰਟ ਚੈਨਲ ਦੇਖ ਰਹੀ ਸੰਗਤ ਦਾ ਨਿੱਘਾ ਸਵਾਗਤ ਹੈ। ਸਭ ਤੋਂ ਪਹਿਲਾਂ ਮੈਂ ਰਮਨੀਕ ਸਿੰਘ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਦਿਨ ਪਹਿਲਾਂ ਅਸੀਂ ਇੱਕ ਪ੍ਰੋਗਰਾਮ ਆਪ ਸਭਨਾਂ ਦੀ ਨਜ਼ਰ ਕੀਤਾ ਸੀ, ਜਿਸ ਦਾ ਮੁੱਖ ਮੁੱਦਾ ਸੀਗਾ ਜੋ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹਦਾ ਉਦੋਂ ਤਾਈਂ ਅਸੀਂ ਮੁਲਾਂਕਣ ਕੀਤਾ ਸੀਗਾ। ਉਦੋਂ ਤਾਂ ਮਹਿਜ਼ ਹਾਲੇ ਉਹ ਸਰਕਾਰ ਬਣੀ ਨੂੰ ਸਿਰਫ 30 ਦਿਨ ਹੀ ਹੋਏ ਸੀਗੇ। ਅੱਜ ਉਸੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਅਸੀਂ ਸਰਦਾਰ ਅਜਮੇਰ ਸਿੰਘ ਨੂੰ ਕੁਝ ਸਵਾਲ ਪਾਉਣੇ ਨੇ, ਜਿਨ੍ਹਾਂ ਵਿੱਚ ਸਾਡੇ ਮੁੱਖ ਸਵਾਲ ਇਸ ਮੁੱਦੇ 'ਤੇ ਕੇਂਦਰਿਤ ਹੋਣਗੇ ਵੀ ਜਦੋਂ ਅਸੀਂ ਕਿਸੇ ਵੀ ਸਰਕਾਰ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣਾ ਹੁੰਦਾ ਹੈ ਤਾਂ ਉਹਦੇ ਪੈਮਾਨੇ ਕੀ ਹੋਣੇ ਚਾਹੀਦੇ ਨੇ। ਹੁਣ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਅਜਮੇਰ ਸਿੰਘ ਜੀ। ਸਭ ਨਾਲੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹੋਏ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੁਝ ਦਿਨ ਪਹਿਲਾਂ ਜਦੋਂ ਇਸ ਸਰਕਾਰ ਨੂੰ ਬਣੀ ਨੂੰ ਮਹਿਜ਼ 30 ਦਿਨ ਹੀ ਹੋਏ ਸੀਗੇ, ਆਪਾਂ ਇਸ ਸਰਕਾਰ ਦਾ ਜਾਇਜ਼ਾ ਲਿਆ ਸੀਗਾ ਅਤੇ ਭਗਵੰਤ ਮਾਨ ਉਹਨਾਂ ਦੀ ਅਗਵਾਈ 'ਚ ਜੋ ਇਹ ਸਰਕਾਰ ਚੱਲ ਰਹੀ ਹੈ, ਆਪਾਂ ਉਹਦੀ ਕਾਰਗੁਜ਼ਾਰੀ ਬਾਰੇ ਤੁਸੀਂ ਕੁਝ ਅਹਿਮ ਮਸਲੇ ਛੇੜੇ ਸੀਗੇ। ਸੋ ਉਸੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਅੱਜ 50 ਦਿਨ ਹੋ ਗਏ ਨੇ ਸਰਕਾਰ ਬਣੀ ਨੂੰ, ਅਤੇ ਨਿੱਤ ਨਵੇਂ ਫੈਸਲੇ ਆ ਰਹੇ ਨੇ। ਬਹੁਤ ਵੱਡੇ ਫੈਸਲੇ ਨੇ। 26,000 ਨੌਕਰੀਆਂ ਦਾ ਐਲਾਨ ਕੀਤਾ ਗਿਆ। ਮੂੰਗੀ ਅਤੇ ਬਾਸਮਤੀ 'ਤੇ MSP ਜਾਰੀ ਕਰਨ ਦਾ ਐਲਾਨ ਹੋਇਆ। ਜੋ ਬਿਜਲੀ ਦੇ ਬਿੱਲ ਨੇ ਉਹਨਾਂ ਬਾਰੇ ਮੁਫਤ ਜੋ ਬਿਜਲੀ ਦੇਣੀ ਹੈ ਉਹਨਾਂ ਬਾਰੇ ਐਲਾਨ ਹੋਏ। ਸੋ ਇਹ ਖਾਸੇ ਵੱਡੇ ਵੱਡੇ ਫੈਸਲੇ ਨੇ ਜੋ ਇਹਨਾਂ ਨੇ ਆਪਦੇ ਜੋ ਮੈਨੀਫੈਸਟੋ 'ਚ ਇਹਨਾਂ ਨੇ ਕੀਤੇ ਸੀਗੇ। ਸੋ ਉਹ ਲਗਾਤਾਰ ਉਸ ਬਾਬਤ ਐਲਾਨ ਹੋ ਰਹੇ ਨੇ। ਪਰ ਦੂਏ ਪਾਸੇ ਆਪਾਂ ਦੇਖੀਏ ਤਾਂ ਜਿੱਥੇ ਤਾਈਂ ਸਰਕਾਰ ਦੀ ਜੋ ਸਰਕਾਰ ਦੇ ਵਜ਼ੀਰ ਨੇ ਜਾਂ ਹੋਰ ਜੋ ਵਜ਼ਾਰਤ ਹੈਗਾ, ਜਿਸ ਲੋਟ ਉਹ ਵਿਚਰ ਰਹੇ ਨੇ, ਤਾਂ ਲੱਗਦਾ ਨਹੀਂ ਗਾ ਵੀ ਇਹ ਆਮ ਆਦਮੀ ਪਾਰਟੀ ਹੈ, ਉਹ ਤਾਂ ਖਾਸ ਆਦਮੀ ਪਾਰਟੀ ਖਾਸ ਆਦਮੀ ਪਾਰਟੀ ਵਾਂਗੂ ਵਿਚਰ ਰਹੇ ਲੱਗਦੇ ਨੇ। ਸੋ ਆਪ ਜੀ ਨੂੰ ਪਹਿਲਾ ਸਵਾਲ ਇਹ ਹੈ ਵੀ ਜਦੋਂ ਵੀ ਕਿਸੇ ਸਰਕਾਰ ਦੀ ਕਾਰਗੁਜ਼ਾਰੀ ਦਾ ਅਸੀਂ ਜਾਇਜ਼ਾ ਲੈਣਾ ਹੋਵੇ ਤਾਂ ਉਹਦੇ ਕੀ ਪੈਮਾਨੇ ਹੋਣੇ ਚਾਹੀਦੇ ਨੇ? ਠੀਕ ਹੈ, ਮਤਲਬ ਉੱਥੋਂ ਹੀ ਪਤਾ ਲੱਗੂਗਾ ਵੀ ਆਪਾਂ ਉਹਨੂੰ ਕਿਵੇਂ ਜੇ ਦੇਖਣਾ, ਕਿਉਂਕਿ ਸਰਕਾਰ ਕੋਈ ਵੀ ਹੋਵੇ ਆਪਾਂ ਇਹ ਤਾਂ ਨਾ ਸੋਚ ਸਕਦੇ ਵੀ ਉਹ ਬਿਲਕੁਲ ਹੀ ਵਿਹਲੀ ਬੈਠੀ ਹੋਵੇ। ਖਾਸ ਕਰਕੇ ਜਦੋਂ ਨਵੀਂ ਬਣਦੀ ਹੈ ਉਦੋਂ ਤਾਂ ਉਹ 'ਚ ਸੱਜਰਾ ਉਤਸ਼ਾਹ ਹੁੰਦਾ ਹਰ ਸਰਕਾਰ 'ਚ, ਅਤੇ ਬੜੀ ਉਹ ਜੋਸ਼ੋ ਖਰੋਸ਼ ਨਾਲ ਸ਼ੁਰੂਆਤ ਕਰਦੇ ਨੇ। ਹਰ ਕੰਮ 'ਚ ਹੀ ਹੁੰਦਾ ਇਹ, ਅਤੇ ਸਰਕਾਰਾਂ ਦੇ ਮਾਮਲੇ 'ਚ ਵੀ, ਅਤੇ ਉਹ ਦੱਬ ਕੇ ਕੰਮ ਲੱਗਦਾ ਹੁੰਦਾ ਵੀ ਇਹਨਾਂ ਨੇ ਧਾਰੀ ਹੋਈ ਹੈ ਵੀ ਕੁਛ ਨਾ ਕੁਛ ਅਸੀਂ ਕਰਨਾ, ਕਰਕੇ ਦਿਖਾਉਣਾ। ਸੋ ਸੇਮ ਆਪਾਂ ਇਹ ਕਹਿ ਸਕਦੇ ਹਾਂ ਕਿ ਹੁਣ 2 ਮਹੀਨੇ ਹੋ ਚੱਲੇ ਅਤੇ ਉਹਦੇ 'ਚੋਂ ਉਹ ਸਟੈਪ ਚੁੱਕੀ ਜਾ ਰਹੇ ਨੇ, ਅਤੇ ਜਿੱਥੋਂ ਇੱਕ ਆਮ ਪ੍ਰਭਾਵ ਇਹ ਬਣਦਾ ਵੀ ਯਾਰ ਸਰਕਾਰ ਕੰਮ ਕਰ ਰਹੀ ਹੈ, ਮਤਲਬ ਉਡੀਕ ਕਰੋ। ਇੰਨੇ ਚਿਰ ਦੀਆਂ ਉਲਝੀਆਂ ਸਮੱਸਿਆਵਾਂ ਇਹ ਚੁਟਕੀ ਮਾਰ ਕੇ ਤਾਂ ਹੱਲ ਹੋਣੀਆਂ ਨਹੀਂ। ਸੋ ਇਹ ਟਾਈਮ ਲੱਗੂਗਾ ਜੀ, ਪਰ ਇੱਕ ਆਸ ਜਿਵੇਂ ਕੁਛ ਸੈਕਸ਼ਨ ਨੂੰ ਵੱਝਦੀ ਹੈ ਫਿਰ ਨਾ ਵੀ ਇਹ ਕੁਛ ਨਾ ਕੁਛ ਕਰਨਗੇ, ਕਿਉਂਕਿ ਬੜੀ ਉਮੀਦ ਨਾਲ ਹੀ ਇਹ ਸਰਕਾਰ ਨੂੰ ਵੋਟਾਂ ਪਈਆਂ ਨੇ ਦੂਜਿਆਂ ਦੇ ਮੁਕਾਬਲੇ। ਸੋ ਇਹ ਆਸ ਕਰਨੀ ਉਂਝ ਵੀ ਲੋੜ ਆ ਲੋਕਾਂ ਦੀ, ਜੇ ਉਹਦੀ ਜਸਟੀਫਿਕੇਸ਼ਨ ਵਾਜਬੀਅਤ ਨਹੀਂ ਬਣਦੀ ਵੋਟ ਕਿਉਂ ਪਾਈ। ਸੋ ਜਿੱਥੋਂ ਵੀ ਕੁਛ ਦਿਸਦਾ ਉਹਨਾਂ ਨੂੰ ਫਿਰ ਉਹ ਉਹਨੂੰ ਭੁਗਤਾਉਂਦੇ ਨੇ ਦਲੀਲ ਦੇ ਤੌਰ 'ਤੇ ਵੀ ਕਰਤਾ ਰਹੇ ਨੇ, ਹੋਰ ਕਿ ਤੁਸੀਂ ਕੀ ਚਾਹੁੰਦੇ ਹੋ। ਸੋ ਇਹ ਸਿਚੁਏਸ਼ਨ ਜੀ ਹੈ, ਸਰਕਾਰ ਕੰਮ ਕਰ ਰਹੀ ਹੈ, ਪਰ 2 ਮਹੀਨਿਆਂ ਦੇ ਵਿੱਚ ਨਾ ਜਿੰਨਾ ਕੁ ਉਹਨੇ ਕੰਮ ਕੀਤਾ ਉਹਦੇ 'ਚੋਂ ਇੱਕ ਤਾਂ ਉਹਦੀ ਡਾਇਰੈਕਸ਼ਨ ਸਾਫ਼ ਹੁੰਦੀ ਹੈ, ਦਿਸ਼ਾ। 2 ਮਹੀਨੇ ਕਾਫੀ ਹੁੰਦੇ ਨੇ ਦਿਸ਼ਾ ਸਾਫ਼ ਹੋਣ ਨੂੰ, ਤਾਂ ਵੀ ਇਹਦੀ ਦਿਸ਼ਾ ਭਲਾ ਕੀ ਹੋ। ਦਿਸ਼ਾ ਤੋਂ ਭਾਵ ਇਹਦੀਆਂ ਤਰਜੀਹਾਂ ਕੀ ਹੋਣਗੀਆਂ, ਕਿਹੜੇ ਖੇਤਰਾਂ ਨੂੰ ਇਹ ਤਰਜੀਹ ਦੇ ਰਹੀ ਹੈ ਅਤੇ ਕਿਹੜਿਆਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ। ਦੋਵੇਂ ਗੱਲਾਂ ਹੀ ਸਾਫ਼ ਹੋ ਜਾਂਦੀਆਂ। ਸੋ ਉਹਦੀਆਂ ਪਸੰਦਗੀਆਂ ਜਾਂ ਉਹਦੀਆਂ ਪ੍ਰਾਇਓਰਟੀਜ਼ ਉਹ ਸਪਸ਼ਟ ਹੋ ਜਾਂਦੀਆਂ ਅਤੇ ਹੋ ਵੀ ਗਈਆਂ ਇਹਦੀਆਂ ਇੰਨੇ ਚਿਰ 'ਚ ਵੀ ਕੁਛ ਖੇਤਰਾਂ 'ਚ ਸਰਗਰਮੀ ਦਿਖਾ ਰਹੇ, ਕੁਛ ਖੇਤਰਾਂ ਨੂੰ ਬਿਲਕੁਲ ਹੀ ਅਣਡਿੱਠ ਕਰ ਰਹੇ। ਉਹ ਆਪਾਂ ਅੱਗੇ ਜਾ ਕੇ
ਗੱਲ ਕਰਾਂਗੇ। ਸੋ ਇਹ ਤਾਂ ਹੋ ਗਈ ਮਤਲਬ ਦਿਸ਼ਾ ਬਾਰੇ। ਫਿਰ ਜੋ ਵੀ ਸਰਗਰਮੀਆਂ ਉਹਦੇ ਚੋਂ ਇੱਕ ਉਹਦਾ ਪੈਟਰਨ ਵੀ ਉੱਭਰਦਾ ਵੀ ਕਿਸ ਕਿਸਮ ਦਾ, ਜਿਹੜੇ ਖੇਤਰਾਂ 'ਚ ਸਰਗਰਮੀ ਵੀ ਹੈ, ਜਿਹੜੇ ਸਾਨੂੰ ਇਹ ਵੀ ਲੱਗਦਾ ਵੀ ਉਹ ਤਰਜੀਹ ਦੇ ਰਹੇ ਨੇ, ਜੋ ਕਰ ਰਹੇ ਨੇ, ਉਹਦੇ 'ਚ ਉਹਦਾ ਪੈਟਰਨ ਕੀ ਉੱਭਰਦਾ, ਜਿੱਥੋਂ ਫਿਰ ਤੁਹਾਨੂੰ ਕੋਈ ਆਸ ਭਵਿੱਖ ਦੀ ਦਿਸਦੀ ਹੈ ਕਿ ਨਹੀਂ ਦਿਸਦੀ। ਸੋ ਇੰਨੇ ਕੁ ਲੱਛਣ ਕਾਫੀ ਹੁੰਦੇ ਨੇ ਆਉਣ ਵਾਲੇ ਭਵਿੱਖ ਨੂੰ ਉਹਦੇ ਬਾਰੇ ਕੋਈ ਅਨੁਮਾਨ ਜਾਂ ਅੰਦਾਜ਼ਾ ਲਾਉਣ ਬਾਰੇ। ਸੋ ਇਹ ਹੈ ਮਤਲਬ ਵੀ ਇਹਨੂੰ ਇਸ ਤਰ੍ਹਾਂ ਦੇਖਣਾ ਚਾਹੀਦਾ। ਹੋਰ ਇਹ ਨਹੀਂ ਵੀ ਜਿਹੜਾ ਕੰਮ ਕਰਤਾ ਰਹੇ, ਕੰਮ ਸਰਕਾਰਾਂ ਸਾਰੀਆਂ ਕਰਨਗੀਆਂ ਜੀ। ਉਹਦੇ 'ਚ ਹੁਣ ਆਪਾਂ ਹੁਣ ਤੱਕ ਦੇਖੀਏ ਜਿੰਨੀ ਕਾਰਗੁਜ਼ਾਰੀ ਹੈ, ਚਲੋ ਇੱਕ ਤਾਂ ਇਹ ਵੀ ਉਹਨਾਂ ਨੇ ਜਿਹੜੀ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀ ਉੱਥੋਂ ਵੀ ਪਤਾ ਲੱਗਦਾ ਹੁੰਦਾ ਕਿ ਪੰਜਾਬ ਨੂੰ ਜਿਸ ਕਿਸਮ ਦੀਆਂ ਸਮੱਸਿਆਵਾਂ ਨੇ ਉਹਨਾਂ ਬਾਰੇ ਉਹਦੀ ਸਮਝ ਕੀ ਹੈ। ਉਦੋਂ ਵੀ ਵਾਅਦਿਆਂ ਵਿੱਚ ਵੀ ਉਹਨਾਂ ਨੇ ਸਿਰਫ ਲੱਛਣਾਂ 'ਤੇ ਗੱਲ ਕੀਤੀ, ਜੋ ਉਗੜਵੇਂ ਲੱਛਣ। ਉਹ 3-4 ਗੱਲਾਂ ਸੀ। ਇੱਕ ਤਾਂ ਇਹ ਸੀ ਕਿ ਕਰਜ਼ੇ ਨੇ ਬਹੁਤ ਲੱਕ ਤੋੜਿਆ ਪਿਆ, ਅਰਥ ਵਿਵਸਥਾ ਤਕਰੀਬਨ ਲੜਖੜਾਈ ਪਈ ਹੈ, ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਤਕਰੀਬਨ ਨਕਾਰਾ ਜਿਹਾ ਹੋਇਆ ਪਿਆ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਜੋ ਰਵੱਈਆ ਧਾਰਨ ਕੀਤਾ। ਇਸੇ ਤਰ੍ਹਾਂ ਜਿਹੜਾ ਸਿਹਤ ਸੰਭਾਲ ਜਾਂ ਹੈਲਥ ਦਾ ਹੈ, ਹਸਪਤਾਲਾਂ ਦਾ, ਉਹ ਵੀ ਉਂਝ ਹੈ ਕਿ ਸਾਰੇ ਮਹਿਕਮੇ ਹੈਗੇ, ਪੈਸਾ ਆਈ ਜਾਂਦਾ, ਲੱਗੀ ਵੀ ਜਾਂਦਾ, ਪਰ ਕੰਮ ਕਿਤੇ ਦਿਸ ਨਹੀਂ ਰਿਹਾ। ਜਿੱਥੋਂ ਆਉਂਦੀ ਹੈ ਗੱਲ ਕਾਰਜ ਕੁਸ਼ਲਤਾ, ਐਫੀਸ਼ੀਐਂਸੀ। ਸੋ ਇੱਕ ਤਾਂ ਉਹਦੇ 'ਚ ਫਿਰ ਆਉਂਦਾ ਵੀ ਐਫੀਸ਼ੀਐਂਸੀ ਵਧਾਈ ਜਾਵੇ। ਵੀ ਪਹਿਲੀਆਂ ਸਰਕਾਰਾਂ ਵੇਲੇ ਜਿਹੜੀ ਜਵਾਬਦੇਹੀ ਨਹੀਂ ਸੀ ਹੁੰਦੀ, ਕੋਈ ਵੀਡੀਓ ਆਉਂਦਾ ਹੈ ਕਿ ਨਹੀਂ ਆਉਂਦਾ, ਦਫ਼ਤਰ 'ਚ ਆ ਕੇ ਕੰਮ ਕਰਦਾ ਹੈ ਕਿ ਨਹੀਂ ਕਰਦਾ, ਸਕੂਲਾਂ 'ਚ ਮਾਸਟਰ ਆਉਂਦੇ ਹੈ ਕਿ ਨਹੀਂ ਆਉਂਦੇ, ਆ ਕੇ ਪੜ੍ਹਾਉਂਦੇ ਹੈ ਕਿ ਨਹੀਂ ਪੜ੍ਹਾਉਂਦੇ। ਇਹ ਤਾਂ ਕੁਛ ਕੁ ਉਦਾਹਰਨਾਂ ਨਾ, ਸਾਰੇ ਖੇਤਰਾਂ 'ਚ ਹੀ ਇਹ ਕੰਮ ਹੋਇਆ ਪਿਆ ਸੀਗਾ। ਉਹਦੀ ਵਜ੍ਹਾ ਇਹ ਸੀ ਵੀ ਉਹ ਕਰਪਸ਼ਨ ਚੱਲ ਰਹੀ ਸੀ, ਉਹਨਾਂ ਨੂੰ ਪੈਸੇ ਤੱਕ ਮਤਲਬ ਸੀ ਵੀ ਪੈਸਾ ਇਕੱਠਾ ਕਰੋ, ਅਤੇ ਪੈਸਾ ਇਕੱਠਾ ਕਰਨ ਵਾਸਤੇ ਵੀ ਕੋਈ ਸਰਗਰਮੀ ਚਾਹੀਦੀ ਹੁੰਦੀ ਹੈ। ਸੋ ਉਨੀ ਕੁ ਸਰਗਰਮੀ ਸੀ ਜਿਹੜੀ ਪੈਸਾ ਇਕੱਠਾ ਕਰਨ ਵਾਸਤੇ ਜ਼ਰੂਰੀ ਬਣ ਜਾਂਦੀ ਹੈ। ਸੋ ਜਿਹਦੇ ਨਾਲ ਫਿਰ ਸਾਰਾ ਕੁਛ ਕਾਫੀ ਖਰਾਬ ਹੋਇਆ ਪਿਆ ਸੀ। ਸੋ ਇੱਕ ਤਾਂ ਮੈਨੂੰ ਇਹ ਲੱਗਿਆ ਕਿ ਹੁਣ ਤੱਕ ਜੇ ਅਸੀਂ 2 ਮਹੀਨਿਆਂ ਦਾ ਉਹਨਾਂ ਦਾ ਦੇਖੀਏ, ਉਹਦੇ 'ਚ ਉਹ ਸਾਰਾ ਜ਼ੋਰ ਉਹਨਾਂ ਦਾ ਕਾਰਜ ਕੁਸ਼ਲਤਾ ਵਧਾਉਣ 'ਤੇ ਹੈ। ਇੱਕ ਹੁੰਦਾ ਕਿ ਢਾਂਚੇ 'ਚ ਹੀ ਕੋਈ ਗੜਬੜਾਂ ਨੂੰ ਉਹਨੂੰ ਵੀ ਸੈੱਟ ਕਰੋ। ਅਜੇ ਤੱਕ ਉਹਨਾਂ ਦੀ ਕੋਈ ਗੱਲ 'ਚੋਂ ਮੈਨੂੰ ਉਹ ਲੱਭਿਆ ਨਹੀਂ ਉਹਨਾਂ ਦੇ, ਜਿੱਥੋਂ ਉਹ ਢਾਂਚੇ ਨੂੰ ਵੀ ਸੁਧਾਰਨਾ ਚਾਹੁੰਦੇ ਹੋਣ, ਰੱਦੋ ਬਦਲ ਕੋਈ ਵੱਡਾ, ਅਤੇ ਉਹਨਾਂ ਕੋਲ ਕੋਈ ਡਿਫਰੈਂਟ ਮਾਡਲ ਹੋਵੇ। ਮਾਡਲ ਹੈ ਉਹਨਾਂ ਕੋਲ ਐਫੀਸ਼ੀਐਂਸੀ ਦਾ ਹੈ। ਉਹ ਆਪਾਂ ਜਿਵੇਂ ਹੁਣ ਸਮਝ ਲਓ, ਆਪਾਂ ਉਦਾਹਰਨ ਦੇ ਤੌਰ 'ਤੇ ਲੈ ਲਈਏ ਵੀ ਐਜੂਕੇਸ਼ਨ ਹੈ, ਉਹਦੇ 'ਚ ਉਹਨਾਂ ਦਾ ਇਹ ਹੈ ਵੀ ਸਕੂਲ ਸਮੇਂ ਸਿਰ ਲੱਗਣ, ਅਤੇ ਜਿੰਨੇ ਘੰਟੇ ਹੈ ਉਹ ਸਕੂਲ ਉਨੇ ਚਿਰ 'ਚ ਉਹਦੇ 'ਚ ਕੰਮ ਹੋਵੇ, ਅਧਿਆਪਕ ਆਉਣ ਅਤੇ ਪੜ੍ਹਾਉਣ। ਇਹ ਹੈਗੀ ਕਾਰਜ ਕੁਸ਼ਲਤਾ। ਪਰ ਜਿਹੜੀ ਸਿੱਖਿਆ ਸ਼ਾਸਤਰੀ ਨੇ, ਉਹਨਾਂ ਦਾ ਮਤ ਇਹ ਹੈ ਕਿ ਇਹ ਨਹੀਂ ਕਿ ਸਕੂਲ ਵੇਲੇ ਸਿਰ ਖੁੱਲ੍ਹਣ ਜਾਂ ਅਧਿਆਪਕ ਪੜ੍ਹਾਉਣ। ਫੰਡਾਮੈਂਟਲ ਕੁਐਸਚਨ ਹੈ ਕਿ ਕੀ ਪੜ੍ਹਾਇਆ ਜਾਵੇ, ਨੰਬਰ 1। ਨੰਬਰ 2, ਪੜ੍ਹਾਇਆ ਕਿਵੇਂ ਜਾਵੇ, ਮੈਥਡ ਆਫ ਐਜੂਕੇਸ਼ਨ। ਸੋ ਇੱਕ ਕੰਟੈਂਟ ਐਜੂਕੇਸ਼ਨ ਦੀ ਕੀ ਹੋਵੇ, ਇੱਕ ਉਹਦਾ ਮੈਥਡ ਕੀ ਹੋਵੇ। ਅਜੇ ਤੱਕ ਇਹਨਾਂ ਦੇ ਕਿਸੇ ਵੀ ਗੱਲ 'ਚੋਂ ਨਾ ਕੰਟੈਂਟ ਬਦਲਤੇ, ਨਾ ਮੈਥਡ ਜੋ ਪ੍ਰਚਲਿਤ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਕਲੋਨੀਅਲ ਲੀਹਾਂ 'ਤੇ, ਉਹ ਉਵੇਂ ਚੱਲੂਗਾ। ਉਵੇਂ ਇਹਨਾਂ ਕੋਲ ਕੋਈ ਡਿਫਰੈਂਟ, ਕਿਉਂਕਿ ਜਿਹੜਾ ਇਹ ਦਿੱਲੀ ਮਾਡਲ ਦੀ ਗੱਲ ਕਰਦੇ ਆਪਾਂ ਉਹਦੀ ਗੱਲ ਕਰਾਂਗੇ ਜਿਹਨੂੰ ਇਹਨਾਂ ਨੇ ਫਾਲੋ ਕਰਨਾ।
ਹੁਣ ਜਿਹੜੇ ਸਿੱਖਿਆ ਸ਼ਾਸਤਰੀ ਹੈ, ਮਾਹਰ ਨੇ, ਵਿਦਿਅਕ ਮਾਹਰ, ਉਹਨਾਂ ਨੇ ਦੁਨੀਆ ਭਰ ਦੇ ਵਿੱਚ ਜਿਹੜੀ ਹੁਣ ਤੱਕ ਤਜਰਬਾ ਹੋ ਗਿਆ ਉਸ ਦੇ ਆਧਾਰ ਤੇ ਜਾਂ ਟੋਟਲ ਜੋ ਇੱਕ ਵਿਜ਼ਡਮ, ਸਿਆਣਪ, ਗਿਆਨ ਹਾਸਲ ਕੀਤਾ ਹੈ, ਉਹ ਕੁਝ ਕੁ ਨਿਰਣਿਆਂ ਤੇ ਪਹੁੰਚ ਗਏ ਕਿ ਇੱਕ ਤਾਂ ਐਜੂਕੇਸ਼ਨ ਦਾ ਮਤਲਬ ਲਿਟਰੇਸੀ ਨਹੀਂ, ਸਾਖਰਤਾ, ਵੀ ਪੜ੍ਹਨਾ ਲਿਖਣਾ ਆ ਗਿਆ ਕਿ ਨਹੀਂ, ਇਹ ਮੇਨ ਆਬਜੈਕਟਿਵ ਨਹੀਂ ਵਿਦਿਆ ਦਾ। ਇਹ ਹੈ ਜਾਂ ਸਿਰਫ ਰੁਜ਼ਗਾਰ ਦਾ ਵਸੀਲਾ ਬਣਨ ਵਾਸਤੇ ਡਿਗਰੀਆਂ ਸਾਰੀਆਂ, ਉਹਦੇ ਨਾਲ ਰੁਜ਼ਗਾਰ ਦਾ ਵਸੀਲਾ ਤਾਂ ਬਣ ਜਾਊਗਾ, ਪਰ ਜਿਹੜੇ ਹੁਣ ਵਿਦਿਆ ਸ਼ਾਸਤਰੀ ਜਿਸ ਨਿਰਣੇ ਤੇ ਪਹੁੰਚੇ ਨੇ ਉਹਦੇ 'ਚ ਮੋਰ ਇੰਪੋਰਟੈਂਟ ਤੇ ਫੰਡਾਮੈਂਟਲ ਸਵਾਲ ਜਿਹੜਾ ਉਹ ਇਹ ਹੈ ਕਿ ਉਹ ਚੰਗਾ ਮਨੁੱਖ ਬਣੂ ਕਿ ਨਹੀਂ। ਇਹ ਸਵਾਲ ਹੈ ਮੇਨ। ਇੱਥੋਂ ਹੀ ਕੰਟੈਂਟ ਡਿਸਾਈਡ ਹੋਊ ਕੀ ਪੜ੍ਹਨਾ ਹੈ, ਇੱਥੋਂ ਹੀ ਮੈਥਡ ਡਿਸਾਈਡ ਹੋਊ ਕਿਵੇਂ ਪੜ੍ਹਨਾ ਹੈ ਜਾਂ ਕਿਵੇਂ ਪੜ੍ਹਾਉਣਾ ਉਹਨੂੰ। ਜਦੋਂ ਤੁਹਾਨੂੰ ਆਪਦਾ ਇੱਕ ਓਬਜੈਕਟਿਵ ਮਨੋਰਥ ਸਾਫ਼ ਹੋ ਗਿਆ ਵੀ ਇਹਨੂੰ ਸਿਰਫ ਇਹ ਨਹੀਂ ਵੀ ਇਹਨੂੰ ਨੌਕਰੀ ਮਿਲ ਜੇ ਤੇ ਇਹਨੂੰ ਪੜ੍ਹਨਾ ਜਾ ਜੇ। ਸੋ ਜੇ ਤਾਂ ਮਨੋਰਥ ਸਿਰਫ ਨੌਕਰੀ ਤੱਕ ਹੈ, ਫਿਰ ਉਹਦਾ ਕੰਟੈਂਟ ਵੀ ਉਸ ਹਿਸਾਬ ਨਾਲ ਹੋਰ ਰਿਕੁਆਇਰਮੈਂਟ ਪੂਰੀ ਕਰੂਗਾ ਤੇ ਉਹਦਾ ਮੈਥਡ ਵੀ ਉਸ ਹਿਸਾਬ ਨਾਲ ਹੋਊਗਾ। ਇਹ ਗੱਲਾਂ ਅੱਜ ਤੋਂ ਕਿਤੇ ਪਹਿਲਾਂ ਚੱਲਦੀਆਂ ਰਹੀਆਂ ਹਨ, ਪਰ ਇਹ ਹੁਣ ਟੋਟਲੀ ਰੱਦ ਹੋ ਗਈਆਂ। ਜੋ ਮਾਨਵਤਾ ਦੇ ਸਾਹਮਣੇ ਵੱਡੇ ਸਵਾਲ ਤੇ ਮਸਲੇ ਖੜੇ ਹੋ ਗਏ ਤੇ ਉਹਦੇ 'ਚ ਮਤਲਬ ਜਿਹੜਾ ਇਹ ਲੱਗਦਾ ਸੀ ਕਿ ਬੰਦੇ ਜਦੋਂ ਪੜ੍ਹ ਲਿਖ ਜਾਣਗੇ ਤੇ ਬਹੁਤ ਉਹ ਐਨਲਾਈਟਨਡ ਹੋ ਜਾਣਗੇ, ਰੌਸ਼ਨ ਦਿਮਾਗ, ਉਹ ਆਪਸੀ ਪਿਆਰ ਤੇ ਜਿਹੜਾ ਹੈਗਾ ਭਾਈਚਾਰਾ ਪੈਦਾ ਹੋ, ਨਫ਼ਰਤ ਤੇ ਦੁਸ਼ਮਣੀ ਦੀ ਥਾਂ ਤੇ ਕੁਦਰਤ ਬਾਰੇ, ਵਾਤਾਵਰਨ ਬਾਰੇ, ਸਮਾਜ ਬਾਰੇ ਇਹ ਸਾਰਾ ਇੱਕ ਉਹਦਾ ਉਹਨੂੰ ਚੇਤਨਤਾ ਆਊਗੀ ਤੇ ਉਹਦਾ ਜਿਹੜਾ ਅਮਲ ਹੈ ਬੰਦੇ ਦਾ ਉਸ ਮੁਤਾਬਕ ਚੱਲੂਗਾ। ਇਹ ਟੋਟਲ ਗਲਤ ਸਾਬਤ ਹੋ ਗਿਆ, ਝੂਠ। ਜਿੰਨਾ ਮਰਜ਼ੀ ਪੜ੍ਹ ਜੇ ਮੋਟਿਵ ਹੋ ਰਿਹਾ ਕੋਈ ਪੈਸਾ ਕਮਾਉਣਾ, ਰੁਤਬਾ ਵਧਾਉਣਾ, ਫਿਰ ਇਹ ਗੱਲਾਂ ਮਾਨਵਤਾ ਦਾ ਭਲਾ ਜਾਂ ਹੋਰ ਇਹ ਗੱਲਾਂ ਉੱਤੇ ਕੋਈ ਮਾਇਨੇ ਨਹੀਂ ਰੱਖਦੀਆਂ ਹੁੰਦੀਆਂ। ਸੋ ਉਹਦੇ ਵਿੱਚੋਂ ਜਿਹੜੇ ਸਿੱਖਿਆ ਸ਼ਾਸਤਰੀ ਜਿਸ ਨਿਰਣੇ ਤੇ ਪਹੁੰਚੇ ਨੇ ਉਹ ਇਹ ਹੈ ਕਿ ਨੰਬਰ 1 ਕਿ ਜਿਹੜੇ ਭਾਸ਼ਾ ਦਾ ਮਾਧਿਅਮ ਕੀ ਹੋਵੇ। ਇੱਕ ਮੌਕੇ ਲੱਗਿਆ ਸੀ ਕਿ ਆਹ ਫਲਾਨੀ ਭਾਸ਼ਾ ਐਡਵਾਂਸਡ ਹੈ, ਇਹਦੇ ਨਾਲ ਨੌਕਰੀਆਂ ਵੱਧ ਮਿਲ ਸਕਦੀਆਂ ਤੇ ਉਸ ਹਿਸਾਬ ਨਾਲ ਭਾਸ਼ਾ ਦਾ ਮੀਡੀਅਮ ਚੁਣਿਆ ਜਾਂਦਾ, ਨੌਕਰੀਆਂ ਵਾਲੀ ਗੱਲ ਨੂੰ ਮੁੱਖ ਰੱਖ ਕੇ। ਤੇ ਜਦੋਂ ਤੁਹਾਨੂੰ ਲੱਗੇ ਕਿ ਵਿੱਦਿਆ ਦਾ ਜਿਹੜਾ ਅਸਲ 'ਚ ਮੋਟਿਵ ਹੈ, ਮਨੋਰਥ ਹੈ, ਉਹ ਤੁਸੀਂ ਬੰਦੇ ਦੀ ਇੱਕ ਸ਼ਖਸੀਅਤ ਘੜਨੀ ਹੈ, ਸਮਾਜ ਦੇ ਵਿੱਚ ਚੰਗਾ ਮਨੁੱਖ ਬਣਾਉਣਾ, ਜ਼ਿੰਮੇਵਾਰ ਤੇ ਸੰਵੇਦਨਸ਼ੀਲ, ਉਦੋਂ ਫਿਰ ਉਹਦੇ 'ਚ ਉਹ ਪਹੁੰਚੇ ਨੇ ਕਿ ਜਿਹੜੀ ਮਾਂ ਬੋਲੀ ਹੈ ਉਹਦੇ ਰਾਹੀਂ ਹਾਸਲ ਕੀਤੀ ਵਿੱਦਿਆ ਹੀ ਬੰਦੇ 'ਚ ਉਹ ਇਨਸਾਨੀ ਤੇ ਅਖਲਾਕੀ ਗੁਣ ਭਰ ਸਕਦੀ ਹੈ, ਦੂਜੀ ਕਿਉਂਕਿ ਉੱਥੇ ਮਨੋਰਥ ਹੋਰ ਹੈ, ਨੌਕਰੀ ਤੱਕ ਸੀਮਤ ਹੈ, ਪੈਸਾ ਕਮਾਉਣ ਤੱਕ ਸੀਮਤ। ਸੋ ਤੁਹਾਡੀ ਸ਼ਖਸੀਅਤ ਨੇ ਖਿੜਨਾ ਹੈ, ਉਹ ਮਾਂ ਬੋਲੀ ਤੋਂ ਬਿਨਾਂ। ਇੱਕ ਤਾਂ ਇਹ ਵੀ ਸਮਝ ਲਓ ਕਿਸੇ ਦੀ ਮਾਂ ਬੋਲੀ ਪੰਜਾਬੀ ਹੈ, ਜਦੋਂ ਉਹਨੂੰ ਬੱਚੇ ਨੂੰ ਤੁਸੀਂ ਅੰਗਰੇਜ਼ੀ ਦਾ ਬੋਝ ਪਾਤਾ ਉੱਤੇ, ਉਹਦੀ ਉਂਝੀ ਸਮਰੱਥਾ ਘਟ ਜਾਂਦੀ। ਕਿੱਥੇ ਉਹਨੇ ਰੋਜ਼ ਦੀ ਭਾਸ਼ਾ ਬੋਲ ਚਾਲ ਚੋਂ ਆਲੇ ਦੁਆਲੇ ਚੋਂ ਗੱਲਾਂ ਤੇ ਸ਼ਬਦਾਵਲੀ ਗ੍ਰਹਿਣ ਕਰਨੀ, ਕਿੱਥੇ ਬੈਠ ਕੇ ਰੱਟੇ ਲਾਉਣੇ, ਸਪੈਲਿੰਗ ਦੇਖਣੇ। ਸੋ ਇਹ ਬੱਚੇ ਦੇ ਉੱਤੇ ਬਹੁਤ ਫਾਲਤੂ ਬੋਝ ਪੈਂਦਾ, ਬੜੀ ਟੈਂਡਰ ਏਜ ਹੁੰਦੀ ਹੈ ਉਸ ਉਮਰ ਦੇ ਵਿੱਚ, ਉਹਦੇ ਪ੍ਰਭਾਵ ਜ਼ਿੰਦਗੀ ਭਰ ਲੌਂਗ ਟਰਮ ਪੈਂਦੇ ਆ ਉਹਦੀ ਮਾਨਸਿਕਤਾ ਤੇ ਉਹਦੇ ਮਨੋਵਿਗਿਆਨ ਤੇ। ਇਹ ਹੁਣ ਗੱਲਾਂ ਸਥਾਪਿਤ ਹੋ ਚੁੱਕੀਆਂ, ਇਹਦੇ ਬਾਰੇ ਕੋਈ ਰੌਲਾ ਨਹੀਂ ਰਹਿ ਗਿਆ। ਸੋ ਇੱਕ ਤਾਂ ਇਹ ਹੈ ਕਿ ਜਿਹੜਾ ਦਿੱਲੀ ਮਾਡਲ ਕਹਿੰਦੇ ਨੇ
ਉਹ ਇਸ ਮਾਮਲੇ 'ਚ ਵੀ ਪੜ੍ਹਾਈ ਮਾਤ ਭਾਸ਼ਾ 'ਚ ਹੀ ਹੋਵੇ, ਮਾਂ ਬੋਲੀ 'ਚ ਹੋਵੇ। ਦਿੱਲੀ ਮਾਡਲ ਕੀ ਕਹਿੰਦਾ? ਕਿੱਡਾ ਵੱਡਾ ਹਿੱਸਾ ਉੱਥੇ ਪੰਜਾਬੀ ਹੈ, ਪੰਜਾਬੀ ਬੋਲਦੇ ਨੇ ਘਰਾਂ 'ਚ। ਵੀ ਕੀ ਉੱਥੇ ਕਿਸੇ ਵੀ ਸਕੂਲ 'ਚ ਪੜ੍ਹਾਈ ਦਾ ਜਿਹੜਾ ਮੀਡੀਅਮ ਹੈ ਪੰਜਾਬੀ ਹੈ? ਸ਼ਾਇਦ ਇੱਕ ਵੀ ਸਕੂਲ 'ਚ ਨਹੀਂ, ਸਿਰਫ ਖਾਲਸਾ ਸਕੂਲਾਂ 'ਚ ਹੈ, ਸਰਕਾਰੀ ਸਕੂਲਾਂ 'ਚ ਨਹੀਂ। ਸੋ ਇਹ ਫਿਰ ਕਿਹੜਾ ਮਾਡਲ ਹੋਇਆ? ਜਿਹਦਾ ਮਤਲਬ ਇਹ ਜਦੋਂ ਮਾਡਲ ਚੁਣਦੇ ਨਾ, ਇਹ ਕਾਰਜ ਕੁਸ਼ਲਤਾ। ਜਿੱਥੇ ਪੜ੍ਹਾਈ ਬੜੀ ਹੋ ਰਹੀ ਹੈ ਜੀ, ਬੱਚੇ ਬੜੇ ਲਾਇਕ ਤੇ ਡਿਗਰੀਆਂ ਲੈ ਰਹੇ ਨੇ, ਜੇ ਕਰ ਰਹੇ ਨੇ, ਭਵਿੱਖ ਬਣ ਰਿਹਾ। ਸੋ ਇੱਕ ਤਾਂ ਇਹ ਪ੍ਰੋਬਲਮ ਜਿਹੜੀ ਪੰਜਾਬ ਦਾ ਲੌਂਗ ਟਰਮ ਹੋਰ ਨੁਕਸਾਨ ਕਰੂਗੀ, ਜਦੋਂ ਇਸ ਤਰ੍ਹਾਂ ਦੇ ਬੰਦੇ ਜਿਨ੍ਹਾਂ ਦੇ ਦਾਅਵੇ ਵੱਡੇ ਬਣ ਜਾਣ ਤੇ ਖੁਦ ਬਾਰੇ ਭੁਲੇਖੇ ਵੀ ਵੱਡੇ ਪਾਲ ਲੈਣ। ਕਿਉਂਕਿ ਭਗਵੰਤ ਮਾਨ ਦਾ ਤੁਸੀਂ ਸਾਰਾ ਹੁਣ ਤੱਕ ਵਿਚਰਨ ਦਾ ਦੇਖੋ, ਉਹ ਬਾਰ-ਬਾਰ ਉਹਨਾਂ ਨੂੰ ਬਾਰ-ਬਾਰ ਇਹ ਕਰਨਾ ਪੈਂਦਾ ਰਿਪੀਟ ਵੀ ਮੇਰੀ ਨੀਤ ਸਾਫ਼ ਹੈ, ਸਾਨੂੰ ਪੰਜਾਬ ਨਾਲ ਪਿਆਰ ਹੈ, ਇਸ ਧਰਤੀ ਨਾਲ ਪਿਆਰ ਹੈ, ਤੇ ਅਸੀਂ ਕੁਝ ਕਰਕੇ ਦਿਖਾਵਾਂਗੇ। ਚਲੋ ਆਪਾਂ ਮੰਨ ਲੈਂਦੇ ਹਾਂ ਵੀ ਉਹਨੂੰ ਪੰਜਾਬ ਨਾਲ ਪਿਆਰ ਹੈ, ਪਰ ਉਹ ਜ਼ਾਹਰ ਕਿੱਥੇ ਹੋ ਰਿਹਾ? ਇਹ ਤੋਂ ਭਾਵ ਕੀ ਹੈ ਪੰਜਾਬ ਨਾਲ ਪਿਆਰ ਹੋਣ ਤੋਂ? ਮਾਤ ਭਾਸ਼ਾ ਪ੍ਰਤੀ ਕਮਿਟਮੈਂਟ ਹੈ। ਕਮਿਟਮੈਂਟ ਤਾਂ ਹੋ ਜੇ ਅਵੇਅਰਨੈਸ ਹੋਵੇ, ਜਿੱਥੇ ਜੇ ਅਵੇਅਰਨੈਸ ਹੀ ਨਹੀਂ, ਜੇ ਉਹਦੇ 'ਚ ਇਹ ਅਵੇਅਰਨੈਸ ਹੁੰਦੀ ਹੈ, ਜਾਗਰੂਕਤਾ ਹੁੰਦੀ, ਚੇਤਨ ਹੁੰਦਾ ਇਸ ਬਾਰੇ, ਦਿੱਲੀ ਮਾਡਲ ਦੀ ਇੱਥੇ ਗੱਲ ਹੀ ਨਹੀਂ ਚੱਲ ਸਕਦੀ। ਦਿੱਲੀ ਮਾਡਲ ਤਾਂ ਸਾਡੇ ਲਾਗੂ ਹੀ ਨਹੀਂ ਹੋਣਾ। ਨੰਬਰ 1 ਮਾਤ ਭਾਸ਼ਾ। ਨੰਬਰ 2 ਸੰਸਾਰ ਭਰ ਦੇ ਵਿਦਿਅਕ ਮਾਹਰ ਇਸ ਨਿਰਣੇ ਤੇ ਪਹੁੰਚੇ ਨੇ ਕਿ ਬੱਚੇ ਨੂੰ ਪੜ੍ਹਾਉਣ ਦਾ ਮਤਲਬ ਇਹ ਹੈ ਕਿ ਉਹਨੂੰ ਆਪਦੇ ਸੱਭਿਆਚਾਰ, ਇਤਿਹਾਸ ਤੇ ਵਿਰਸੇ ਨਾਲ ਜੋੜਨਾ। ਉਹਦੇ ਸ਼ਖਸੀਅਤ ਦਾ ਜਿਹੜਾ ਅਸਲੀ ਵਿਕਾਸ ਹੈ ਉਹ ਤਾਂ ਹੀ ਹੋ ਸਕੂ, ਉਹਦੇ 'ਚ ਸਵੈਮਾਨ ਆਊ। ਜੇ ਆਪਦੇ ਵਿਰਸੇ ਨਾਲ ਨਹੀਂ ਜੁੜਦਾ, ਉਹਦੇ 'ਚ ਹੀਨ ਭਾਵਨਾ ਆਊ। ਤੇ ਸਾਡੇ ਪੰਜਾਬ ਦੀ ਇਹ ਪ੍ਰੋਬਲਮ ਹੈ, ਇਕੱਲੇ ਪੰਜਾਬ ਦੀ ਨਹੀਂ, ਸਾਰੇ ਹਿੰਦੁਸਤਾਨ ਦੀ। ਵੈਸੇ ਤਾਂ ਇਹ ਜਿੱਥੇ ਜਿਹੜੇ ਵੀ ਦੇਸ਼ ਗੁਲਾਮ ਰਹੇ ਹੁੰਦੇ ਨੇ, ਉਹ ਪੱਕੇ ਮਾਨਸਿਕ ਨਿਸ਼ਾਨ ਪਾ ਜਾਂਦੇ ਕਿ ਫਲਾਨਾ ਸੱਭਿਆਚਾਰ ਵਿਕਸਿਤ ਹੈ, ਫਲਾਨੀ ਭਾਸ਼ਾ ਵਿਕਸਿਤ ਹੈ, ਫਲਾਨੀ ਕੌਮ ਸਾਡੇ ਨਾਲੋਂ ਅੱਗੇ ਹੈ। ਸੋ ਉਹਨਾਂ 'ਚ ਹੀਨ ਭਾਵਨਾ ਆਉਂਦੀ ਹੈ। ਸੋ ਪੰਜਾਬੀ ਬੋਲਣਾ, ਪੰਜਾਬੀ ਪੜ੍ਹਨਾ, ਉਹਨੂੰ ਐਵੇਂ ਤਾਂ ਪਛੜ ਜਾਵਾਂਗੇ ਅਸੀਂ। ਸੋ ਪਛੜੇਵੇਂ ਦੀ ਨਿਸ਼ਾਨੀ ਸਮਝਣ ਲੱਗ ਜਾਂਦੇ ਹੈ। ਇਹ ਹੁਣ ਤੁਸੀਂ ਦੇਖ ਲਓ, ਮਤਲਬ ਵੀ ਉਹ ਕੋਈ ਯਤਨ ਉਹਨਾਂ ਦੀ ਕਿਸੇ ਗੱਲ 'ਚ ਹੈ। ਕਿਉਂਕਿ ਜਿਹੜਾ ਦਿੱਲੀ ਮਾਡਲ ਹੈ, ਦਿੱਲੀ ਦਾ ਕਿਹੜਾ ਸੱਭਿਆਚਾਰ ਹੈ, ਕਿਹੜਾ ਇਤਿਹਾਸ ਹੈ, ਕਿਹੜਾ ਵਿਰਸਾ ਹੈ? ਜਿਹੜੀ ਦਿੱਲੀ ਦੀ ਵਸੋਂ ਹੈ ਉਹ ਤਾਂ ਟੋਟਲੀ ਹੋਰ ਕਿਸਮ ਦੀ ਵਸੋਂ ਹੈ। ਉਹਨਾਂ ਦੇ ਸਰੋਕਾਰ ਹੀ ਹੋਰ ਤਰ੍ਹਾਂ ਦੇ। ਸੋ ਇਹ ਗੱਲ ਨਹੀਂ ਕਿ ਅਸੀਂ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਮੌਕੇ ਨਹੀਂ ਪੈਦਾ ਕਰਨੇ ਜਾਂ ਬੰਦਿਆਂ ਨੂੰ ਉਹਦੇ ਸਮਰੱਥ ਨਹੀਂ ਬਣਾਉਣਾ, ਪਰ ਬੁਨਿਆਦੀ ਨੁਕਸਾਨ ਕਰਕੇ ਨਹੀਂ। ਸੋ ਇਸ ਪੱਖੋਂ ਤੁਸੀਂ ਇਹ ਆਪਾਂ ਨਮੂਨਾ ਹੀ ਚੁਣਿਆ ਜਿਹੜਾ ਉਹਨਾਂ ਦਾ ਸਭ ਤੋਂ ਤਰਜੀਹੀ ਖੇਤਰ ਕਹਿ ਰਹੇ ਨੇ। ਜੇ ਅਸੀਂ ਸਿੱਖਿਆ ਦਾ ਜਿਹੜਾ ਸਾਰਾ ਢਾਂਚਾ ਖਤਮ ਹੋ ਗਿਆ ਸੀ, ਉਹ ਠੀਕ ਪੈਰਾਂ ਸਿਰ ਕਰਨਾ। ਸੋ ਨੰਬਰ 2 ਇਹ ਆ ਗਈ ਗੱਲ। ਨੰਬਰ 1 ਮਾਂ ਬੋਲੀ, ਨੰਬਰ 2 ਆਪਦਾ ਇਤਿਹਾਸ, ਸੱਭਿਆਚਾਰ ਤੇ ਵਿਰਸਾ, ਉਹਦੇ 'ਚ ਬੰਦੇ ਨੂੰ ਮਾਣ ਹੋਵੇ। ਤੀਜੀ ਗੱਲ ਜਿਹੜਾ ਹੈਗਾ ਕਿ ਚੰਗਾ ਮਨੁੱਖ, ਤੁਹਾਡਾ ਨਿਸ਼ਾਨਾ ਵਿੱਦਿਆ ਦਾ ਚੰਗਾ ਮਨੁੱਖ ਬਣਾਉਣਾ, ਤੇ ਚੰਗੇ ਮਨੁੱਖ ਦੇ ਜਿਹੜੇ ਸਦਾਚਾਰਕ ਗੁਣ, ਉਹਦੇ 'ਚ ਇਹ ਹੈ ਕਿ ਉਹ ਦੁਨੀਆ 'ਚ ਜਦੋਂ ਅਸੀਂ ਦੇਖਦੇ ਹਾਂ, ਇੱਕ ਪਾਸੇ ਨਫ਼ਰਤ ਤੇ ਦੁਸ਼ਮਣੀ, ਵੈਰ ਭਾਵਨਾ ਬਹੁਤ ਹਰ ਜਗ੍ਹਾ, ਪਰਿਵਾਰਾਂ ਤੋਂ ਲੈ ਕੇ ਰਿਸ਼ਤਿਆਂ ਦੇ ਵਿੱਚ, ਦੇਸ਼ਾਂ ਦੇ ਵਿੱਚ, ਸਾਰੇ ਉਹ ਇੱਥੇ ਚੱਲ ਰਹੇ ਚੱਕਰ।
ਪ੍ਰੈਸ ਦੇਖ ਲਓ, ਅਖਬਾਰਾਂ ਦੇਖ ਲਓ, ਗੱਲਾਂ ਦੇਖ ਲਓ, ਸੋਸ਼ਲ ਮੀਡੀਆ ਦੇਖ ਲਓ, ਉਹ ਸਾਰਾ ਭਰਿਆ ਹੀ ਇਸ ਗੱਲ ਨਾਲ ਪਿਆ ਹੈ। ਇੱਕ ਦੂਜੇ ਦੇ ਖਿਲਾਫ ਨਫ਼ਰਤ ਤੇ ਦੁਸ਼ਮਣੀ। ਤੇ ਮਨੁੱਖ ਦਾ ਮਤਲਬ ਤਾਂ ਇਹ ਹੈ ਨਾ ਵੀ ਆਪਸੀ ਪਿਆਰ ਤੇ ਭਾਈਚਾਰਾ, ਜਿੱਤੇ ਸਾਡੇ ਸਾਰੇ ਗੁਰੂਆਂ ਨੇ ਜ਼ੋਰ ਦਿੱਤਾ। ਸੋ ਜਦੋਂ ਇਹ ਭਗਵੰਤ ਮਾਨ ਕਹਿੰਦਾ ਵੀ ਮੈਂ ਤਾਂ ਗੁਰੂਆਂ ਦੇ ਰਾਹ ਨੂੰ ਪਰਨਾਇਆ ਹੋਇਆ, ਮੈਂ ਗੁਰੂਆਂ ਨੂੰ ਸਮਰਪਿਤ ਹਾਂ, ਜੇ ਹੈ ਉਹ ਹੈ, ਉਹ ਥੋੜਾ ਉਹਨੂੰ ਪਰਿਭਾਸ਼ਿਤ ਤਾਂ ਕਰੇ ਨਾ ਵੀ ਕੀ ਹੈ ਗੁਰੂਆਂ ਦਾ। ਫੋਟੋ ਲਾ ਲੈਣੀ, ਮੱਥਾ ਟੇਕ ਦੇਣਾ, ਸਿਰਫ ਇੰਨਾ ਨਹੀਂ। ਖੈਰ ਉਹ ਤਾਂ ਇਹ ਵੀ ਨਹੀਂ ਕਰਦਾ, ਤਾਂ ਉਹਦੇ ਦਫ਼ਤਰ 'ਚ ਵੀ ਫੋਟੋ ਨਹੀਂ, ਕਿਤੇ ਵੀ ਨਹੀਂ। ਇਹ ਚੱਲ ਉਹਦੀ ਇੱਕ ਵੱਖਰੀ ਪ੍ਰੋਬਲਮ ਆ, ਉਹਦੇ ਕਿਸੇ ਵੀ ਸਿਸਟਮ 'ਚ ਇੱਕ ਧਰਮ ਨਾਲ ਕਮਿਟਮੈਂਟ ਹੈ ਨਹੀਂ। ਸੋ ਇਸ ਕਰਕੇ ਮਤਲਬ ਜਿਹੜਾ ਇਹ ਹੈ, ਫਿਰ ਉਹ ਵੀ ਪਿਆਰ ਤੇ ਭਾਈਚਾਰੇ ਦੀ ਭਾਵਨਾ ਬੱਚੇ ਦੇ ਮਨ 'ਚ ਐਂ ਨਹੀਂ ਪੱਕੀ ਹੋਈ, ਉਹ ਕਿਵੇਂ ਹੋ, ਕਿਹੋ ਜਿਹੀ ਸਿੱਖਿਆ ਦਿੱਤੀ ਜਾਵੇ। ਹੁਣ ਇਸ ਮਾਮਲੇ 'ਚ ਜਿਹੜਾ ਰਾਸ਼ਟਰਵਾਦ ਹੈ, ਇਹਦਾ ਬਹੁਤ ਅਹਿਮ ਸਥਾਨ, ਕਿਉਂਕਿ ਅੱਜ ਸਾਰੀ ਦੁਨੀਆ 'ਚ ਜਿਹੜਾ ਟੋਟਲ ਮੀਡੀਆ ਜਾਂ ਪਾਰਟੀਆਂ ਕਿਸ ਗੱਲ ਤੇ ਲੱਗੀਆਂ ਪਈਆਂ, ਰਾਜ ਜਿਹੜੇ ਸਾਰੀਆਂ ਗੌਰਮੈਂਟਾਂ, ਸਟੇਟ ਦਾ ਆਧਾਰ ਹੀ ਕੀ ਹੈ ਵੀ ਰਾਸ਼ਟਰਵਾਦ ਦਾ ਜਜ਼ਬਾ ਬਣਾ। ਹੁਣ ਰਾਸ਼ਟਰਵਾਦ ਦਾ ਤੁਸੀਂ ਸਿਧਾਂਤ ਵੀ ਦੇਖ ਲਓ ਤੇ ਅਮਲ ਵੀ ਦੇਖ ਲਓ ਦੁਨੀਆ 'ਚ, ਇਹਦੇ 'ਚੋਂ ਨਫ਼ਰਤ ਤੇ ਦੁਸ਼ਮਣੀ ਨਿਕਲਦੀ ਹੈ, ਝਗੜੇ ਤੇ ਜੰਗਾਂ ਹੀ ਨਿਕਲਦੀਆਂ। ਪਹਿਲੀ ਸੰਸਾਰ ਜੰਗ, ਦੂਜੀ ਸੰਸਾਰ ਜੰਗ, ਉਹਦਾ ਰੀਜਨ ਕੀ ਸੀ? ਧਰਮ ਨਹੀਂ ਸੀ, ਰਾਸ਼ਟਰਵਾਦ ਸੀ, ਕਬਜ਼ਿਆਂ ਦੀ ਲਾਲਸਾ, ਆਪਦੇ ਹਿੱਤ। ਵੀ ਜਰਮਨੀ ਦਾ ਸਿਰ ਨੀਵਾਂ ਨਹੀਂ ਹੋਣਾ ਚਾਹੀਦਾ, ਉੱਧਰੋਂ ਰੂਸ ਨੂੰ ਹੈ ਵੀ ਰੂਸ ਦਾ ਸਿਰ ਨਹੀਂ ਨੀਵਾਂ ਹੋਣਾ ਚਾਹੀਦਾ, ਉੱਧਰੋਂ ਯੂਕੇ ਦਾ ਤਾਂ ਇਹ ਸੀ ਵੀ ਸਾਡੀ ਤਾਂ ਸਲਤਨਤ ਹੀ ਐਡੀ ਵੱਡੀ ਹੈ, ਸਾਡੇ ਅੱਗੇ ਕੌਣ ਖੰਘ ਜੂ। ਇਹ ਸਾਰਾ ਕੁਛ ਜਿਹੜੀ ਸਾਡੀ ਸਿੱਖਿਆ ਹੈ, ਉਹ ਕੀ ਪ੍ਰਮੋਟ ਕਰ ਰਹੀ ਹੈ ਕਿ ਰਾਸ਼ਟਰਵਾਦ, ਜਿਹਨੂੰ ਫਿਰ ਦੇਸ਼ ਭਗਤੀ ਦਾ ਇੱਕ ਕੈਪਸੂਲ 'ਚ ਪਾ ਕੇ, ਐਕਚੁਅਲੀ ਦੇਸ਼ ਭਗਤੀ ਤੇ ਰਾਸ਼ਟਰਵਾਦ 'ਚ ਬੜਾ ਫਰਕ ਹੈ। ਸੋ ਸ਼ਹੀਦਾਂ ਦੇ ਨਾਂ ਲੈ ਲੈ ਕੇ ਐਕਚੁਅਲੀ ਇਹ ਵੀ ਰਾਸ਼ਟਰਵਾਦ ਦਾ ਜ਼ਹਿਰ ਫੈਲਾ ਰਹੇ ਹਨ, ਤੇ ਦਿੱਲੀ ਦਾ ਮਾਡਲ ਇਹੀ ਹੈ। ਉਹਨਾਂ ਦਾ ਸਾਰਾ ਪੜ੍ਹ ਲਓ ਕਿ ਇਹਨਾਂ ਦੇ ਵਿੱਚ ਰਾਸ਼ਟਰਵਾਦ ਦੀ ਭਾਵਨਾ ਹੋਰ ਭਰੀ ਜਾਵੇ। ਸ਼ਹੀਦਾਂ ਦਾ ਨਾਮ ਲੈ ਕੇ ਜਿਹੜਾ ਨੈਸ਼ਨਲ ਐਂਥਮ ਹੈ, ਜਿਹੜਾ ਫਲੈਗ ਹੈ, ਇਹ ਸਿੰਬਲਸ ਨੇ, ਚਿੰਨ੍ਹ, ਉਹ ਚਿੰਨ੍ਹਾਂ ਦੀ ਵਰਤੋਂ ਕਰ ਕਰਕੇ ਉਹਨਾਂ 'ਚ ਉਹ ਭਰਿਆ ਜਾਵੇ। ਆਹ ਮਾਡਲ ਹੈ ਜੀ। ਸਕੂਲ ਵੇਰੇ ਸਿਰ ਲੱਗ ਜਾਣਗੇ, ਅਧਿਆਪਕ ਪੜ੍ਹਾਉਣ ਲੱਗ ਜਾਣਗੇ, ਪਰ ਗੱਲ ਤਾਂ ਉੱਥੇ ਹੀ ਰਹਿ ਗਈ ਨਾ। ਸੋ ਮੇਰਾ ਕਹਿਣ ਤੋਂ ਇਹ ਭਾਵ ਸੀ, ਇਹਨਾਂ ਦਾ ਜਿਹੜੀ ਕਿਤੇ ਵੀ ਕਾਰਜ ਕੁਸ਼ਲਤਾ 'ਤੇ ਹੀ ਆ ਬਸ ਨਿਗਾਹ ਟਿਕੀ, ਢਾਂਚੇ ਨੂੰ ਬਦਲਣ 'ਤੇ ਜਿਹੜੀ ਹੈਗੀ ਆ ਸਟਰਕਚਰਲ ਚੇਂਜਿਸ, ਨਾ ਕੰਟੈਂਟ ਤੇ ਨਾ ਮੈਥਡ, ਉਹ ਕਿਤੇ ਨਹੀਂ। ਤੇ ਸ਼ਾਇਦ ਇਹਨਾਂ ਨੂੰ ਪਤਾ ਵੀ ਨਹੀਂ, ਇਹ ਵੀ ਕੋਈ ਗੱਲ ਹੁੰਦੀ ਹੈ ਜਿਹੜਾ ਮੋਸਟ ਅਨਫਾਰਚੂਨੇਟ ਗੱਲ, ਉਹਨਾਂ ਵਾਸਤੇ ਇਹ ਬੜੀ ਏਲੀਅਨ ਜੀ ਗੱਲ ਲੱਗੂ ਵੀ ਇਹ ਕੀ ਗੱਲ ਹੋਈ। ਤੇ ਇਸ ਮਾਮਲੇ 'ਚ ਇਹ ਹੈ ਕਿ ਜਿਹੜਾ ਸਿੱਖ ਰਾਜ ਦੇ ਵਿੱਚ ਵਿੱਦਿਆ ਦਾ ਮਾਡਲ ਸੀ, ਜੋ ਮੈਥਡ ਚੱਲਦਾ ਸੀ, ਉਦੋਂ ਪ੍ਰਣਾਲੀ ਚੱਲਦੀ ਸੀ, ਜਿਹਦੇ ਬਾਰੇ ਇਹ ਗੱਲ ਐਸਟੈਬਲਿਸ਼ ਹੋ ਚੁੱਕੀ ਹੈ ਕਿ ਉਸ ਮੌਕੇ ਦੁਨੀਆ ਦਾ ਸਭ ਤੋਂ ਬਿਹਤਰ ਉਹ ਸਿਸਟਮ ਸੀਗਾ। ਇਹ ਖੁਦ ਗੋਰਿਆਂ ਦੀ ਇਹ ਕਲੋਨੀਅਲਿਸਟਾਂ ਨੇ, ਬਸਤੀਵਾਦੀਆਂ ਨੇ ਜੋ ਸਟੱਡੀ ਕਰਵਾਈ ਆ ਕੇ, ਜੋ ਲਿਟਨਰ ਨੇ ਕਿਤਾਬ ਲਿਖੀ ਇੰਡੀਜਨਸ ਐਜੂਕੇਸ਼ਨ ਕਿਸ ਕਿਸਮ ਦੀ ਸੀਗੀ, ਉਹਦੇ ਵਿੱਚੋਂ ਉਹਨੇ ਸਟੈਬਲਿਸ਼ ਕੀਤਾ। ਦੁਨੀਆ 'ਚ ਹੋਰ ਕਿਤੇ ਇੰਨੀ ਲਿਟਰੇਸੀ ਵੀ ਨਹੀਂ ਸੀ, ਕਿਤੇ ਵੀ ਔਰਤਾਂ ਦੀ ਉਨੀ ਪਰਸੈਂਟੇਜ ਦਰ ਕਿਤੇ ਵੀ ਨਹੀਂ ਸੀ ਦੁਨੀਆ 'ਚ, ਨਾ ਇੰਗਲੈਂਡ 'ਚ ਵੀ ਨਹੀਂ ਸੀ ਜਿੰਨੀ ਖਾਲਸਾ ਰਾਜ 'ਚ ਸੀ 19ਵੀਂ ਸਦੀ ਦੇ ਅੱਧ 'ਚ। ਸੋ ਉਹ ਮਾਡਲ ਹੈ
ਉੱਥੇ ਜਿਹੜੇ ਸਾਡੇ ਕਾਇਦੇ ਸੀ ਪ੍ਰਾਈਮਰ, ਉਹ ਬੱਚਿਆਂ ਨੂੰ ਕਿਸ ਚੀਜ਼ ਨਾਲ ਕਿਵੇਂ ਸਿਖਾਉਂਦੇ ਸੀ, ਊੜੇ ਦੇ ਨਾਲ ਕੀ ਦਿੰਦੇ ਸੀ ਨਾਲ ਸਿੰਬਲ, ਉਹ ਸਾਰੇ ਗੁਰਬਾਣੀ ਚੋਂ ਤੇ ਸਾਡੇ ਵਿਰਸੇ ਚੋਂ ਚੁਣ ਕੇ ਕਰਦੇ ਸੀ। ਜਿਵੇਂ ਕਹਿੰਦੇ ਊੜੇ ਦੇ ਨਾਲ ਨਾ ਉਹ ਦਿੱਤਾ ਹੋਇਆ ਸੀਗਾ ਆਪਣਾ ਜਿਹੜਾ ਰਹਿ ਰਾਸ ਦੇ ਵਿੱਚ ਵੀ ਆਉਂਦਾ ਸੋ ਦਰਦ ਜਾਂ ਬਈ ਉਹ ਊੜੇ ਊੜ ਆਵੇ ਸਹਿ ਕੋਸਾ, ਹੁਣ ਊੜਾ ਉੱਠ, ਜਿਹੜਾ ਉਂਜੀ ਮੋਰਲੀ ਨਿਊਟਰਲ ਜੀ ਗੱਲ ਹੈ, ਜੋ ਮਰਜ਼ੀ ਕਹਿ ਦਿਓ। ਸੋ ਇਸ ਕਰਕੇ ਇਹ ਗੱਲਾਂ ਬੜੀਆਂ ਡੀਪਰ ਹੈ। ਉਹਨਾਂ ਨੇ ਉਹ ਕਾਇਦੇ ਤਾਂ ਬੈਨ ਕੀਤੇ ਸੀ ਵੀ ਹਥਿਆਰਾਂ ਨਾਲੋਂ 3 ਗੁਣਾ ਵੱਧ ਜੁਰਮਾਨਾ ਸੀ ਉਹ ਕਾਇਦੇ ਰੱਖਣ ਤੇ ਵੀ ਉਹ ਖਤਮ ਕਰੋ ਜੇ ਕੌਮ ਨੂੰ ਤਬਾਹ ਕਰਨਾ ਹੈ। ਜਿਹਦਾ ਮਤਲਬ ਜੇ ਕੌਮ ਨੂੰ ਤਬਾਹ ਕਰਨ ਵਾਸਤੇ ਉਹਨਾਂ ਦਾ ਆਪਦਾ ਦੇਸੀ ਐਜੂਕੇਸ਼ਨ ਦਾ ਸਿਸਟਮ ਤਬਾਹ ਕਰਨਾ ਜ਼ਰੂਰੀ ਹੈ। ਇਟ ਮੀਨਸ ਕੌਮ ਦੀ ਸਿਰਜਣਾ ਵਾਸਤੇ ਆਪਦਾ ਦੇਸੀ ਮੈਥਡ ਜਿਹੜਾ ਹੈ ਜਾਂ ਐਜੂਕੇਸ਼ਨ ਦਾ ਉਹ ਜ਼ਰੂਰੀ ਹੈ। ਇਹ 'ਚ ਕੋਈ ਗੁੰਝਲ ਨਹੀਂ ਜੇ ਬੰਦਾ ਇਮਾਨਦਾਰ ਹੋਵੇ, ਸਮਝਣਾ ਚਾਹੇ। ਸੋ ਰਮਨੀਕ ਸਿੰਘ ਮੈਂ ਤਾਂ ਕਹਿੰਦਾ ਸੀ ਵੀ ਇਹ ਨਾ ਇਹਨਾਂ ਦੀ ਦਿਸ਼ਾ ਤੇ ਸਮਝ ਬੜੀ ਸਾਫ਼ ਦਿਸ ਰਹੀ ਹੈ। ਕਿੰਨੀ ਕੁ ਮੇਰਾ ਖਿਆਲ ਨਹੀਂ ਵੀ ਜਿਹੜਾ ਐਜੂਕੇਸ਼ਨ ਮਿਨਿਸਟਰ ਹੈ ਉਹਨੇ ਕਿਤੇ ਸੁਣਿਆ ਵੀ ਹੋਵੇ ਵੀ ਲਿਟਨਰ ਸੀਗਾ ਕੋਈ, ਤੇ ਇੱਕ ਸਾਡੇ ਇਹੋ ਜਿਹਾ ਵੀ ਚੱਲਿਆ ਮੈਂ ਐਜੂਕੇਸ਼ਨ ਦਾ। ਇਹ ਭੱਠਾ ਬਿਠਾਉਣ ਦਾ ਸਾਧਨ ਕੌਣ ਬਣੇ ਨੇ? ਕਲੋਨੀਅਲਿਸਟ, ਉਦੋਂ ਬਾਅਦ ਕਲੋਨੀਅਲਿਸਟ ਮਾਨਸਿਕਤਾ, ਇਹ ਉਹਦੇ ਖੁਦ ਵਿਕਟਮ ਤੇ ਪ੍ਰਮੋਟਰ। ਸੋ ਕੀ ਤੁਸੀਂ ਪੰਜਾਬ ਦੇ ਭਲੇ ਦੀ ਆਸ ਕਰ ਸਕਦੇ ਹੋ? ਜਾਂ ਇਹ ਗੱਲਾਂ ਕਿਤੇ ਰਿਫਿਊਟ ਕਰਨ ਆ ਕੇ ਕੀ ਤੋਂ ਤਿਆਰ ਕਰਵਾਇਆ ਮਾਡਲ, ਕਿਹੜਾ ਉਹ ਸਿੱਖਿਆ ਸ਼ਾਸਤਰੀ? ਇਹ ਪਾਰਦਰਸ਼ਤਾ ਚਾਹੀਦੀ ਹੈ ਇੱਥੇ। ਓਲੇ ਕਿਉਂ ਭਗਵੰਤ ਮਾਨ ਨੂੰ ਔੜ ਗਿਆ ਜਾਂ ਹਰਪਾਲ ਚੀਮੇ ਨੂੰ, ਜਿਹਨੂੰ ਪਤਾ ਵੀ ਨਹੀਂ ਹੋਣਾ? ਸੋ ਉਹ ਤਾਂ ਕਿਤੇ ਦੱਸਣ ਤਾਂ ਸਹੀ ਨਾ ਵੀ ਅਸੀਂ ਕਿੱਥੋਂ ਤਿਆਰ ਕਰਵਾਇਆ ਹੈ। ਇਹ ਇੱਕ ਮੈਂ ਨਮੂਨਾ ਦੱਸਿਆ। ਸੋ ਜੀ ਹਾਂਜੀ, ਬਸ ਇਸ ਮੌਕੇ ਇੱਕ ਸਵਾਲ ਉੱਠਦਾ ਸੀਗਾ ਕਿ ਜੇ ਇਹਨਾਂ ਨੇ ਕਦਮ ਕਦਮ ਤੇ ਦਿੱਲੀ ਦੀ ਰੀਸ ਕਰਨੀ ਹੈ ਤਾਂ ਜ਼ਾਹਿਰ ਹੈ ਵੀ ਦਿੱਲੀ ਵੀ ਆਪਦੀ ਦਖਲ ਅੰਦਾਜ਼ੀ ਦਿਖਾਊਗਾ ਪੰਜਾਬ ਵਿੱਚ, ਜਾਂ ਉਹ ਦਖਲ ਦਊਗਾ। ਤੇ ਇਹਦੇ ਪੰਜਾਬ ਤੇ ਪੰਜਾਬੀਆਂ ਵਾਸਤੇ ਕੀ ਖਤਰੇ ਲੁਕੇ ਹੋਏ ਨੇ? ਦੇਖੋ ਖਤਰੇ ਹੁਣ ਜਿਹੜੇ ਬੰਦੇ ਨੂੰ ਅਜੇ ਵੀ ਨਹੀਂ ਦਿਸਣਗੇ ਨਾ, ਹੁਣ ਲੁਕੇ ਨਹੀਂ ਹੋਏ, ਹੁਣ ਉਹ ਪ੍ਰਗਟ ਹੋਣੇ ਸ਼ੁਰੂ ਹੋ ਗਏ। ਵੈਸੇ ਲੋਕੇ ਕਦੇ ਵੀ ਨਹੀਂ ਸੀ। ਕੇਜਰੀਵਾਲ ਦਾ ਇੱਥੇ ਆ ਕੇ ਹੀ ਇੰਟਰਸਟ ਲੈਣਾ, ਪਿਛਲੀ ਵਾਰ ਤਾਂ ਸਿੱਧਾ ਸੀ ਨਾ, ਉਹ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ, ਉਹ ਤਾਂ ਚਲੋ ਰਿਐਕਸ਼ਨ ਹੋਇਆ। ਐਤਕੀ ਵੀ ਮਤਲਬ ਉਹਦਾ ਇਹ ਸੀ ਵੀ ਚਲੋ ਸਿੱਧਾ ਨਹੀਂ ਬਣਾਂਗੇ ਪਰ ਰਨ ਅਸੀਂ ਕਰਾਂਗੇ, ਚਿਹਰੇ ਪੰਜਾਬੀ ਹੋਣਗੇ। ਸੋ ਉਹ ਟੈਸਟ ਕਰ ਕਰਕੇ ਉਹਨਾਂ ਨੇ ਅਪਰੂਵ ਕੀਤਾ ਭਗਵੰਤ ਮਾਨ ਨੂੰ। ਇਹਨੂੰ ਨੱਕ ਰਗੜਾ ਰਗੜਾ ਕੇ ਐਲਾਨ ਕੀਤਾ। ਇੱਕ ਉਹਨਾਂ ਕੋਲ ਕੋਈ ਵੀ ਆਪਸ਼ਨ ਨਹੀਂ ਸੀ। ਸੋ ਉਹਨਾਂ ਦੀਆਂ ਨੀਤਾਂ ਤਾਂ ਸਪਸ਼ਟ ਹੈ। ਦੂਜੀ ਗੱਲ ਆਪਾਂ ਜੇ ਹੋਰ ਕਰਦੇ ਹਾਂ ਕਿ ਜਿਹੜੀ ਸਭ ਤੋਂ ਗੰਭੀਰ ਸਮੱਸਿਆ ਉਹ ਪੰਜਾਬ ਦੀ ਅਰਥ ਵਿਵਸਥਾ ਦੀ, ਇਕੋਨਮੀ, ਤੇ ਉਹਦਾ ਮੋਟਾ ਜਿਹਾ ਸਿੱਧਾ ਹੀ ਹੈ ਵੀ ਯਾਰ ਇੰਨਾ ਕਰਜ਼ਾਈ ਸਟੇਟ ਕੀ ਕਰ ਲੂ, ਜਿੱਥੇ ਤਨਖਾਹਾਂ ਦੇਣ ਵਾਸਤੇ ਵੀ ਹੋਰ ਕਰਜ਼ਾ, ਪਿਛਲੇ ਕਰਜ਼ੇ ਦਾ ਵਿਆਜ ਮੋੜਨ ਵਾਸਤੇ ਵੀ ਹੋਰ ਕਰਜ਼ਾ, ਜਿੱਥੇ ਆਉਂਦੇ ਹੀ ਸੀਐਮ ਨੇ 1 ਮਹੀਨੇ 'ਚ ਹੀ ਪਤਾ ਨਹੀਂ ਕਿੰਨਾ ਲਿਆ ਕਰਜ਼ਾ, ਆਉਂਦੇ ਹੀ ਚੁੱਕ ਲਿਆ। ਇਹ ਕਰਜ਼ੇ ਦੀ ਸਮੱਸਿਆ ਨਾ, ਇਹਦੇ ਬਾਰੇ ਇਹਨਾਂ ਕੋਲ ਕੀ ਹੈ ਕਿ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਿਵੇਂ ਕਰਾਂਗੇ ਭਲਾ? ਇਹ ਮੋਸਟ ਇੰਪੋਰਟੈਂਟ ਚਾਹੀਦਾ ਸੀ। ਜਿਹੜਾ ਇੰਨਾ ਕਰਜ਼ੇ 'ਚ ਜਕੜਿਆ ਪਿਆ ਸੂਬਾ ਹੈ, ਉਹਦੀ ਆਜ਼ਾਦੀ ਕੀ ਹੋ ਸਕਦੀ ਹੈ? ਪੈਰ ਪੈਰ ਤੇ ਮੰਗ ਮੰਗ ਕੇ ਖਾਣਾ ਜਦੋਂ,
ਉੱਥੇ ਕਿਹੜੀ ਆਜ਼ਾਦੀ ਰਹਿ ਜੂ ਤੁਹਾਨੂੰ? ਅਨੇਕਾਂ ਕੰਪਰੋਮਾਈਜ਼ ਕਰਨੇ ਪੈਣਗੇ। ਇੱਕੋ ਗੱਲ ਆ ਗਈ ਆ, ਬੂਕੇ ਜੇ ਲੈ ਕੇ ਜਾ ਵੜੋ ਦਿੱਲੀ ਤੇ ਮਿੰਟਾਂ ਕਰੋ ਤੇ ਕੁਛ ਨਾ ਕੁਛ ਲੈ ਕੇ ਮੁੜਿਆਓ, ਬਸ। ਸਾਰਿਆਂ ਨੇ ਇਹੀ ਕੀਤਾ, ਕਾਂਗਰਸ ਨੇ ਵੀ, ਅਕਾਲੀਆਂ ਨੇ ਵੀ, ਇਹਨਾਂ ਨੇ ਵੀ ਇਹੀ ਕਰ ਰਹੇ। ਹੁਣ ਜਿਹੜੀ ਕਰਜ਼ੇ ਦੀ ਗੱਲ, ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ ਠੋਸ ਰੂਪ ਦੇ ਵਿੱਚ। ਆਪਾਂ ਨੂੰ ਪਤਾ, ਆਪਾਂ ਪਿੰਡਾਂ ਦੇ ਬੰਦੇ ਆ, ਜਿਹੜਾ ਪਰਿਵਾਰ ਕਰਜ਼ਾਈ ਹੋ ਜਾਂਦਾ ਬਹੁਤ ਜ਼ਿਆਦਾ, ਯਾਰ ਕਰਜ਼ਾ ਇੰਨਾ ਚੜ ਗਿਆ, ਇਨਕਮ ਓਨੀ ਹੈ ਨਹੀਂ, ਕੀ ਕਰੀਏ? ਤਾਂ ਜਿਹੜਾ ਸਭ ਤੋਂ ਫੌਰੀ ਸਟੈਪ ਹੁੰਦਾ ਵੀ ਖਰਚੇ ਘਟਾਓ, ਜਿੰਨੇ ਘਟਾਏ ਜਾ ਸਕਦੇ ਆ, ਜਿੰਨੇ ਕੁ ਫਜ਼ੂਲ ਲੱਗਦੇ। ਹੁਣ ਇਹ ਵੀ ਕਿਹੜਾ ਫਜ਼ੂਲ ਆ ਕਿਹੜਾ ਜ਼ਰੂਰੀ ਆ, ਇਹ ਤਾਂ ਬੜਾ ਸਬਜੈਕਟਿਵ ਜਿਹਾ ਮਾਮਲਾ ਹੈ, ਇਹ ਪਤਾ ਲੱਗ ਜਾਂਦਾ ਹੈ। ਕੁਛ ਜਿਹੜੇ ਨੇ ਬਹੁਤ ਜ਼ਰੂਰੀ ਆ ਉਹ ਤਾਂ ਕਰਨੇ ਹੀ ਪੈਣੇ ਆ, ਪਰ ਬਹੁਤ ਕੁਛ ਗੈਰ ਜ਼ਰੂਰੀ ਹੁੰਦੇ ਆ। ਸੋ ਕਿਰਸ ਤੇ ਕਿਫਾਇਤ ਇਹ ਪਹਿਲਾ ਸਟੈਪ ਹੋਊ ਕਿਸੇ ਵੀ ਕਰਜ਼ਾਈ ਵਿਅਕਤੀ ਦਾ ਵੀ ਤੇ ਸਟੇਟ ਦਾ ਵੀ। ਇਹ ਤੁਸੀਂ ਹੁਣ 2 ਮਹੀਨਿਆਂ 'ਚ ਦੇਖ ਲਓ, ਇਹ ਕਿਫਾਇਤ ਦੇ ਰਾਹ ਤੁਰੇ ਨੇ ਕਿ ਗੁਲਸ਼ਰਰੇ ਉਡਾਉਣ ਦੇ। ਕਿਉਂਕਿ ਜਦੋਂ ਕਿਫਾਇਤ ਕਰਨੀ ਹੈ ਨਾ ਵੀ ਖਰਚੇ ਬੇਲੋੜੇ ਕਿੱਥੋਂ ਕੱਟ ਕਰੀਏ, ਇਹ ਅੰਨਾ ਵੀ ਦੇਖ ਸਕਦਾ ਯਾਰ ਸਰਕਾਰੀ ਇਸ਼ਤਿਹਾਰਾਂ ਦੇ ਨਾਂ ਤੇ ਜਿੰਨਾ ਖਜ਼ਾਨਾ ਫਜ਼ੂਲ ਰੋੜਿਆ ਜਾ ਰਿਹਾ ਹੈ ਉਹ ਬੰਦ ਕਰੋ ਫੌਰੀ। ਰਮਨੀਕ ਸਿੰਘ ਤੁਸੀਂ ਤਾਂ ਖੈਰ ਬਾਅਦ ਦੇ ਵਿੱਚ ਸੁਰਤ ਸੰਭਾਲੀ ਹੈ, ਅਸੀਂ ਤਾਂ ਕੈਰੋਂ ਦਾ ਰਾਜ ਵੀ ਦੇਖਿਆ, ਕਦੇ ਹੈ ਹੀ ਨਹੀਂ ਸੀ ਵੀ ਉਹਨਾਂ ਨੇ ਕੋਈ ਇਸ਼ਤਿਹਾਰ ਦਿੱਤਾ ਹੋਵੇ। ਮਤਲਬ ਕਿੱਡੇ ਕਿੱਡੇ ਕੰਮ ਹੋਏ, ਪੰਜਾਬ ਦੀ ਮੁਰੱਬਾਬੰਦੀ ਹੋਈ, MS ਰੰਧਾਵਾ ਸੀ, MS ਗਿੱਲ ਸੀ, ਐਡੇ ਤਕੜੇ ਅਫਸਰ ਜਿਨ੍ਹਾਂ ਨੇ ਕਾਇਆ ਕਲਪ ਕੀਤਾ। ਬਿਜਲੀ ਜਿੱਥੇ ਪਿੰਡ 'ਚ ਦੇਖੀ ਨਹੀਂ ਸੀ ਕਿਸੇ ਨੇ, ਮੋਟਰਾਂ ਪਹੁੰਚੀਆਂ, ਬਿਜਲੀ ਪਹੁੰਚੀ ਹੈ, ਪਰ ਕਦੇ ਇਸ਼ਤਿਹਾਰ ਨਹੀਂ ਸੀ ਵੀ ਅਸੀਂ ਆਹ ਕਰਤਾ, ਆਹ ਕਰਤਾ, ਆਹ ਕਰਤਾ। ਇਹ ਜਿਹੜੀ ਸਮਝ ਹੈ ਕਿ ਆਪਦੇ ਫਰਜ਼ਾਂ ਨੂੰ ਪਰਉਪਕਾਰ ਬਣਾ ਕੇ ਪੇਸ਼ ਕਰਨਾ ਤੇ ਲੋਕਾਂ ਨੂੰ ਉਹਦੇ ਸਾਂਝ ਥੱਲੇ, ਬੋਝ ਥੱਲੇ ਦੱਬ ਲੈਣਾ, ਇਦੂ ਘਟੀਆ ਮਾਨਸਿਕਤਾ ਉਹ ਚੰਗਾ ਮਨੁੱਖ ਤਾਂ ਹੋ ਹੀ ਨਹੀਂ ਸਕਦਾ। ਸੋ ਜਿਹੜੇ ਬੰਦੇ ਹੀ ਚੰਗੇ ਮਨੁੱਖ ਨਹੀਂ ਯਾਰ, ਉਹ ਚੰਗੇ ਮਨੁੱਖ ਕਿਵੇਂ ਸਿਰਜ ਲੈਣਗੇ ਤੁਹਾਡੇ ਸਕੂਲਾਂ ਦੇ ਵਿੱਚ? ਸੋ ਉਹ ਹੁਣ ਤੁਸੀਂ ਦੇਖ ਲਓ ਵੀ ਜਿਹੜੇ ਸਰਕਾਰੀ ਇਸ਼ਤਿਹਾਰ, ਮੇਰਾ ਖਿਆਲ ਨਹੀਂ ਕੋਈ ਇੱਕ ਵੀ ਦਿਨ ਖਾਲੀ ਜਾਂਦਾ ਹੋਵੇ। ਘੱਟੋ ਘੱਟ ਇੱਕ ਇਸ਼ਤਿਹਾਰ ਫਰੰਟ ਪੇਜ ਤੇ ਸਾਰੇ ਅਖਬਾਰਾਂ 'ਚ, ਸਾਰੇ ਚੈਨਲਾਂ ਨੂੰ, ਠੀਕ ਹੈ ਨਾ? ਹੁਣ ਇਹ ਟੋਟਲ ਫਜ਼ੂਲ ਖਰਚੀ, ਇਹ ਤਾਂ ਜਿਹਦੇ ਕੋਲੇ ਪੈਸਾ ਬਹੁਤ ਆ ਉਹ ਯਾਸ਼ੀ ਕਰ ਸਕਦਾ ਵੀ ਚੱਲ ਕੋਈ ਗੱਲ ਨਹੀਂ। ਜਿਹੜਾ ਜਿਹਨੂੰ ਰੋਟੀ ਖਾਣੀ ਔਖੀ ਹੋ ਰਹੀ ਹੈ, ਮੰਗ ਮੰਗ ਕੇ ਤੇ ਰੋਟੀ ਖਾ ਰਿਹਾ ਪੰਜਾਬ, ਜਿਹਦਾ ਮਤਲਬ ਕਿੰਨੇ ਬੇਕਿਰਕ, ਹਰ ਰੋਜ਼ ਕਿੰਨੇ ਇਸ਼ਤਿਹਾਰ। ਹੁਣ ਤੱਕ ਮੰਗ ਲੇ ਕੋਈ ਬੰਦਾ ਵੀ 2 ਮਹੀਨਿਆਂ 'ਚ ਸਾਨੂੰ ਦੱਸੋ ਸਰਕਾਰੀ ਇਸ਼ਤਿਹਾਰਾਂ ਦਾ ਖਰਚਾ ਕਿੰਨਾ ਸੀ, ਪਿਛਲੀ ਸਰਕਾਰ ਵੇਲੇ, ਚੰਨੀ ਵੇਲੇ ਕਿੰਨਾ ਸੀ, ਅਮਰਿੰਦਰ ਵੇਲੇ ਕਿੰਨਾ ਸੀ, ਤੇ ਉਦੋਂ ਪਹਿਲਾਂ ਬਾਦਲਾਂ ਵੇਲੇ ਕਿੰਨਾ ਸੀ? ਕਿਤੇ ਕੋਈ ਫਰਕ ਨਿਕਲੇ। ਤੁਸੀਂ ਫੋਟੋਆਂ ਦੇਖੋ ਅਖਬਾਰਾਂ ਤੇ, ਮੈਂ ਦੇਖਦਾ ਆਇਆ ਇੰਨੇ ਸਾਲਾਂ 'ਚ, ਇਹ ਸਭ ਤੋਂ ਪਹਿਲਾਂ ਬਾਦਲ ਨੇ ਸ਼ੁਰੂ ਕੀਤੀ, ਹੱਥ ਬੰਨ੍ਹ ਕੇ ਫਰੰਟ ਪੇਜ ਤੇ ਇੱਕ ਖਾਸ ਅੰਦਾਜ਼ 'ਚ। ਉਹ ਸਾਰੇ ਉਹਦੇ ਐਡਵਾਈਜ਼ਰਾਂ ਨੇ ਦੱਸਿਆ ਹੁੰਦਾ ਵੀ ਇਸ ਤਰ੍ਹਾਂ ਆਹ ਪੋਜ ਬਣਾਉਣਾ, ਬਸ ਆਹ ਫੋਟੋ ਕਾਮਯਾਬ, ਉਹ ਚੋਂ ਨਹੀਂ ਜਾਂਦੀ ਹੈ। ਫਿਰ ਉਹ ਫਲੈਕਸਾਂ 'ਚ ਵੀ ਤੇ ਇਸ਼ਤਿਹਾਰਾਂ 'ਚ ਵੀ। ਉਸ ਤੋਂ ਬਾਅਦ ਅਮਰਿੰਦਰ ਸਿੰਘ ਨੇ ਉਦੋਂ ਵੀ ਸ਼ਰਮ ਲਾਈ, ਇਹ ਘੜੀ ਦਿਖਦੀ ਹੈ ਤੇ ਐਂ ਇੱਕ ਖਾਸ ਅੰਦਾਜ਼ ਹੈ, ਤੇ ਉਹ ਫੋਟੋ ਨਾਲ ਇੰਨਾ ਉਹਨੂੰ ਜਿਵੇਂ ਮੋਹ ਹੋ ਜਾਂਦਾ ਨਾ, ਨਾਰਸਿਸਿਜ਼ਮ ਬੰਦੇ ਨੂੰ। ਉਹ ਕਿੰਨੇ ਫੋਟੋਆਂ ਲੱਗੀਆਂ, ਕਿੰਨੇ ਇਸ਼ਤਿਹਾਰ ਵੀ ਅਸੀਂ ਆਹ ਕਰਤਾ, ਅਸੀਂ ਆਹ ਕਰਤਾ, ਅਸੀਂ ਆਹ ਕਰਤਾ ਤੇ ਆਹ ਕਰ ਰਹੇ ਹਾਂ। ਵੀ ਜਿਹੜਾ ਤੁਹਾਡਾ ਫਰਜ਼ ਹੈ, ਤੁਸੀਂ ਕੀ ਪਰਉਪਕਾਰ ਕਰ ਰਹੇ ਹੋ, ਤਾਂ ਇਹ ਦੱਸਣ ਦੀ ਕੀ ਲੋੜ ਹੈ? ਉਹ ਆਪੇ ਪਤਾ ਲੱਗ ਜੂ ਹੋਏ ਤੋਂ। ਇਹ ਢਿੰਡੋਰਾ ਪਿੱਟਣ ਦੀ ਲੋੜ ਕਿੱਥੋਂ ਪੈਂਦੀ ਹੈ? ਇਹ ਪਹਿਲਾਂ ਮਰਜ਼ ਹੈ ਹੀ ਨਹੀਂ ਸੀ ਕਿਤੇ। ਫਿਰ ਉਹਨਾਂ ਤੋਂ ਬਾਅਦ ਆਇਆ ਨਾ ਅਮਰਿੰਦਰ, ਬਾਦਲਾਂ ਤੋਂ। ਅਮਰਿੰਦਰ ਤੋਂ ਬਾਅਦ ਚੰਨੀ ਆਇਆ, ਤਾਂ ਚੰਨੀ ਦੇ ਤੁਸੀਂ ਕਿੰਨੇ ਕੁ ਮਹੀਨੇ, ਮਤਲਬ ਕਿਹੜਾ ਪੰਜਾਬ ਦਾ ਮੋੜ ਹੈ
ਤੇ ਕਿਹੜਾ ਅਖਬਾਰ ਹੈ, ਕਿਹੜਾ ਚੈਨਲ ਹੈ ਜਿੱਥੇ ਚੰਨੀ ਦੀ ਉਹ ਫੋਟੋ ਇੱਕ ਖਾਸ ਅੰਦਾਜ਼ ਵਾਲੀ ਰੋਜ਼ ਲੱਗ ਰਹੀ ਹੈ, ਰੋਜ਼ ਲੱਗ ਰਹੀ ਹੈ, ਵੱਡੀ ਪੱਧਰ ਤੇ ਲੱਗ ਰਹੀ ਹੈ। ਉਹ ਉਜਾੜਾ ਨਹੀਂ ਸਰਕਾਰੀ ਖਜ਼ਾਨੇ ਦਾ। ਸੇਮ ਤੁਸੀਂ ਹੁਣ ਦੇਖ ਲਓ ਭਗਵੰਤ ਮਾਨ, ਅੱਜ ਅਸੀਂ ਇੰਨੀਆਂ ਨੌਕਰੀਆਂ ਦੇ ਦਿੱਤੀਆਂ, ਕੀ ਕਰਤਾ ਹੈ ਨੌਕਰੀਆਂ? ਹੋਰ ਸਰਕਾਰ ਕਾਹਦੇ ਵਾਸਤੇ ਹੈ? ਮਨ ਪਰਚਾਵੇ ਵਾਸਤੇ ਲੋਕਾਂ ਦੇ। ਸਰਕਾਰ ਦਾ ਫਰਜ਼ ਹੈ ਇਹ, ਨਾ ਕੋਈ ਪੁੱਛਣ ਵਾਲਾ। ਮਤਲਬ ਜਦੋਂ ਕੋਈ ਪੁੱਛਣ ਵਾਲਾ ਹੀ ਨਹੀਂ, ਉਹਨਾਂ ਨੂੰ ਕੋਈ ਤਾਂ ਜਵਾਬ ਦੇਣ ਦੀ ਲੋੜ ਹੀ ਨਹੀਂ ਲੱਗਦੀ। ਪੁੱਛੂ ਕੌਣ? ਉਹ ਆਪ ਕਾਣੇ ਨੇ। ਦੂਜੀਆਂ ਪਾਰਟੀਆਂ ਤਾਂ ਕੌਣ ਪੁੱਛਦਾ ਹੁੰਦਾ? ਦੂਜੀਆਂ ਆਪੋਜੀਸ਼ਨ ਪਾਰਟੀਆਂ, ਉਹਨਾਂ ਦਾ ਤਾਂ ਇਹਨਾਂ ਕੋਲ ਸਿੱਧਾ ਜਵਾਬ ਹੈ ਵੀ ਤੁਹਾਡੇ ਵੇਲੇ ਉਹਨਾਂ ਨੂੰ ਤਾਂ ਕੋਈ ਮੋਰਲ ਰਾਈਟ ਹੀ ਨਹੀਂ ਰਹਿ ਗਿਆ। ਜਿੰਨਾ ਮਰਜ਼ੀ ਇਹ ਗੰਦ ਪਾ ਲੈਣ, ਉਹ ਉਦੋਂ ਪਹਿਲਾਂ ਉਦੋਂ ਵੱਧ ਪਾ ਗਏ। ਜਦੋਂ ਉਦੋਂ ਵੱਧ ਟੱਪਣਗੇ ਫਿਰ ਕਿਤੇ ਉਹ ਬੋਲਣ ਜੋਗੇ ਹੋਣਗੇ। ਸੋ ਉਹ ਖਤਮ ਹੈ ਨਾ। ਆਪੋਜੀਸ਼ਨ ਪਾਰਟੀ ਸਵਾਲ ਨਹੀਂ ਪੁੱਛ ਸਕਦੀ। ਨੰਬਰ 2 ਤੇ ਤੁਹਾਡੇ ਅੰਦਰੋਂ ਆਵਾਜ਼ ਉੱਠਦੀ ਹੁੰਦੀ ਹੈ। ਮੰਤਰੀ ਮੰਡਲ ਹੈ ਤੇ ਨਾਲ MLA'ਆਂ ਦਾ ਪੂਰਾ ਸਮੂਹ ਹੈ। MLA'ਆਂ ਦਾ ਕੰਮ ਇਹੀ ਹੁੰਦਾ, ਕਿਉਂਕਿ ਲੋਕਾਂ ਨਾਲ ਜੁੜੇ ਹੁੰਦੇ ਨੇ ਹੇਠਾਂ। ਉਹ ਲੋਕਾਂ ਦੀ ਭਾਵਨਾ ਨੂੰ ਉੱਥੇ ਤੱਕ ਪਹੁੰਚਾਉਣ ਵੀ ਭਾਈ ਆਹ ਗੱਲ ਗਲਤ ਹੋ ਰਹੀ ਹੈ। ਹੁਣ ਕਿਉਂ ਪਹੁੰਚਾ ਰਹੇ ਨੇ? ਇਹਦੀ ਬਦਲੀ ਅਜੇ ਤੱਕ ਨਹੀਂ ਕੀਤੀ ਜੀ, ਫਲਾਣੇ ਵੀਡੀਓ ਦੀ। ਫਲਾਣਾ ਥਾਣੇਦਾਰ ਸਾਡੀ ਨਹੀਂ ਸੁਣਦਾ, ਉਹਦੀ ਨਹੀਂ ਕੀਤੀ ਅਜੇ ਤੱਕ। ਆਹ ਕੰਮ ਇੰਨਾ ਖੁਸ਼ਾਮਦੀ ਕਲਚਰ ਪੈਦਾ ਕਰਤਾ ਸਾਰੀਆਂ ਪਾਰਟੀਆਂ ਨੇ। ਸੋਸਾਇਟੀ 'ਚ ਹੀ ਹੋ ਗਿਆ ਵੀ ਲੀਡਰ ਦੀ ਖੁਸ਼ਾਮਦ ਤੋਂ ਬਿਨਾਂ ਗੱਲ ਹੀ ਕੋਈ ਨਹੀਂ। ਉੱਥੇ ਇੱਕ ਨੁਕਤਾਚੀਨੀ ਕਿੱਥੇ ਹੋ? ਜੇ ਨੁਕਤਾਚੀਨੀ ਨਹੀਂ ਸੁਧਰਨ ਦੀ ਗੁੰਜਾਇਸ਼ ਕੀ ਰਹਿ ਗਈ? ਆਪੋਜੀਸ਼ਨ ਪਾਰਟੀਆਂ ਦੇ ਮੂੰਹ ਬੰਦ ਹੋ ਗਏ। ਆਪਦਾ ਜਿਹੜਾ ਬੰਦੇ ਨੇ ਤੁਹਾਡੇ, ਉਹ ਉਹਨਾਂ ਦੇ ਹੋ ਗਏ। ਮੇਰੇ ਕੱਲ੍ਹ ਹੀ ਮੀਟਿੰਗ ਹੋਈ ਹੈ MLA's ਦੀ, ਤੁਸੀਂ ਦੁਬਾਰਾ ਦੇਖੋ ਉਹ ਮੀਟਿੰਗ ਤੋਂ ਬਾਅਦ ਕਿਵੇਂ ਬੋਲ ਰਹੇ ਨੇ। ਆਪਦੀ ਸਰਕਾਰ ਦੇ ਸੋਲੇ, ਆਪਦੀ ਸਰਕਾਰ ਦੇ ਨਹੀਂ, ਦਿੱਲੀ ਦੇ। ਉਹ ਦਿੱਲੀ ਮਾਡਲ ਲਾਗੂ ਹੋ ਰਿਹਾ ਜੀ। ਦਿੱਲੀ ਜਾ ਕੇ ਦੇਖਣ, ਸਿੱਖਣ। ਇਹ ਕੁਛ ਵਿਰੋਧੀ ਪਾਰਟੀਆਂ ਦਿੱਲੀ ਜਾਣ, ਉੱਥੋਂ ਸਿੱਖਣ। ਮੱਕਾ ਬਣਾ ਲਿਆ ਦਿੱਲੀ। ਸੋ ਇਸ ਕਰਕੇ ਮਤਲਬ ਖੁਸ਼ਾਮਦ ਹੈ, ਕਿਉਂਕਿ 5 ਉਹਨਾਂ ਨੇ ਜੇ ਮਿਨਿਸਟਰ ਥੋੜ੍ਹੇ ਦਿਨਾਂ ਤੱਕ ਲੈਣੇ ਹੈ। ਤੇ ਪਤਾ ਨਹੀਂ ਉਹ 5 ਕਿੰਨੇ 50 ਅੰਦਰ ਲੱਡੂ ਭੋਰੀ ਜਾਂਦੇ ਹੋਣਗੇ ਵੀ ਮੇਰਾ ਨੰਬਰ ਆ ਜੇ ਮੇਰਾ। ਤੁਸੀਂ ਉਹ ਦੁਬਾਰਾ ਫਿਰ ਦੇਖਿਓ ਜਿਹੜੀ ਕੱਲ੍ਹ ਮੀਟਿੰਗ ਤੋਂ ਬਾਅਦ ਬਾਈਟਸ ਦਿੱਤੀਆਂ, ਕਿੰਨੀ ਬੇਸ਼ਰਮੀ ਤੇ ਚੜ੍ਹ ਕੇ ਬੋਲ ਰਹੇ ਨੇ, ਸੋਲੇ ਗਾ ਰਹੇ ਬਸ। ਸੋ MLA's ਦਾ ਕੰਮ ਇਹੀ ਰਹਿ ਗਿਆ, ਸਰਕਾਰ ਦੇ ਸੋਲੇ ਗਾਉਣੇ। ਆਪੋਜੀਸ਼ਨ ਪਾਰਟੀਆਂ ਖਤਮ, ਆਪਦੀ ਪਾਰਟੀ ਦੇ ਜਿਹੜੇ ਤੁਹਾਡਾ ਕਾਡਰ ਹੈ ਉਹ ਖਤਮ। ਤੀਜਾ ਫਿਰ ਹੁੰਦਾ ਜਿਹੜਾ ਸਭ ਤੋਂ ਮਜ਼ਬੂਤ ਦੁਨੀਆ 'ਚ ਮੰਨਿਆ ਹੋਇਆ, ਉਹ ਹੈ ਫਰੀ ਪ੍ਰੈਸ। ਪ੍ਰੈਸ ਦਾ ਕੰਮ ਹੀ ਇਹ ਹੁੰਦਾ ਪਹਿਰੇਦਾਰੀ। ਉਹ ਸਾਰੀਆਂ ਖਾਮੀਆਂ ਲਿਆਉਂਦੇ ਲੋਕਾਂ ਦੇ ਵਿੱਚ ਤਾਂ ਕਿ ਇਹਨਾਂ ਦੇ ਕੰਨਾਂ ਤੱਕ ਵੀ ਜਾਵੇ। ਤੁਹਾਨੂੰ ਪਤਾ ਕੀ ਕੀਤਾ ਪ੍ਰੈਸ ਨਾਲ? ਤੁਹਾਨੂੰ ਦਿਸ ਹੀ ਰਿਹਾ ਹੋਣਾ ਕਿਹੜਾ ਅਖਬਾਰ ਹੈ ਜਿਹੜਾ ਇਹਨਾਂ ਦੇ ਖਿਲਾਫ ਖਬਰ ਲਾਉਂਦਾ। ਕੋਈ ਅਖਬਾਰ ਨਹੀਂ ਲਾ ਰਿਹਾ। ਜੇ ਲਾਉਂਦੇ ਨੇ ਬੜੀ ਮਲਮੀ ਜੀ ਭਾਸ਼ਾ 'ਚ, ਉਵੇਂ ਖਬਰਾਂ ਨਹੀਂ ਲੱਗ ਰਹੀਆਂ ਕਿਸੇ ਚੈਨਲ ਤੇ ਨਹੀਂ। ਹੋਇਆ ਕੀ ਹੈ? ਰਾਘਵ ਚੱਡਾ ਨੇ ਕੰਮ ਹੀ ਇਹ ਕੀਤਾ ਸਭ ਤੋਂ ਪਹਿਲਾਂ ਕਿ ਇਹ ਪ੍ਰੈਸ ਵਾਲਿਆਂ ਨੂੰ ਸਾਰਿਆਂ ਦੇ ਉਹਨੇ ਸੈੱਟ ਕੀਤੇ ਆ, ਕਿਸੇ ਨੂੰ ਪੈਸਾ ਦੇ ਕੇ, ਕਿਸੇ ਨੂੰ ਡਰਾ ਕੇ। ਤੇ ਦੋਵੇਂ ਪੱਖੋਂ ਖਾਣੀ ਹੁੰਦੀ ਹੈ। ਸੋ ਉਹ ਵੀ ਖਤਮ, ਨੁਕਤਾਚੀਨੀ ਦਾ ਰਾਹ ਹੀ ਖਤਮ, ਫਰੀ ਪ੍ਰੈਸ ਹੀ ਖਤਮ ਹੈ। ਦੇਖ ਲਓ ਅਖਬਾਰਾਂ, ਪੰਜਾਬੀ ਟ੍ਰਿਬਿਊਨ ਦੇਖ ਲਓ ਤੁਸੀਂ, ਮੈਂ ਪਤਾ ਲੱਗ ਜਾਂਦਾ ਹੁੰਦਾ ਵੀ ਕਿਤੇ ਸੈਟਿੰਗ ਹੋ ਗਈ। ਹੋਰ ਕਿੰਨੇ ਆਪਾਂ ਨਾਂ ਨਾ ਲਈਏ, ਚੈਨਲਾਂ ਦੇ ਨਾਂ ਨਾ ਲਈਏ, ਉਹ ਚੈਨਲਾਂ ਦਾ ਐਟੀਟਿਊਡ ਹੀ ਬਦਲਿਆ ਹੋਇਆ। ਕੋਈ RTI ਤੋਂ ਨਹੀਂ ਪਤਾ ਕਰੂਗਾ ਆਹ ਇਸ਼ਤਿਹਾਰ ਵੀ ਕਿੰਨੇ ਹੋ ਗਏ ਜੀ ਹੁਣ ਤੱਕ ਇਹਨਾਂ ਦੇ, ਦੱਸੋ। ਇੱਕ ਇਹ ਫਜ਼ੂਲ ਖਰਚੀ ਜਿਹੜੀ ਸਿੱਧੀ ਓਬਵੀਅਸ ਦਿਸਦੀ ਹੈ ਤੇ ਫਜ਼ੂਲ ਹੈ, ਰੜਕਦੀ ਹੈ। ਨੰਬਰ 1
ਠੀਕ ਹੈ, ਸਰਕਾਰੀ ਹਥਿਆਰਬਾਜ਼ੀ ਬੇਲੋੜੀ। ਨੰਬਰ 2 VIP ਕਲਚਰ। ਇਹ ਸਾਰੀਆਂ ਪਾਰਟੀਆਂ ਨੇ, ਸਾਰੀਆਂ ਹੁਕਮਰਾਨ ਪਾਰਟੀਆਂ ਨੇ ਬਣਾ ਹੀ ਲਿਆ। ਹਕੂਮਤ 'ਚ ਆਉਣ ਦਾ ਮਤਲਬ ਅਯਾਸ਼ੀ, ਲੋਕਾਂ ਤੇ ਰੋਹ ਪਾਉਣਾ। VIP ਲੋਕਾਂ ਨੂੰ ਦਿਸੇ ਮਤਲਬ ਵੀ ਮਨਿਸਟਰ ਜਾ ਰਿਹਾ ਜਾਂ MLA ਜਾ ਰਿਹਾ, ਤੇ ਉਹਦੀ ਸਭ ਤੋਂ ਵੱਡੀ ਨਿਸ਼ਾਨੀ ਇੱਕ ਤਾਂ ਝੰਡੀ ਵਾਲੀ ਕਾਰਾਂ ਹੋਣਗੀਆਂ, ਹੂਟਰ ਵੱਜਦੇ, ਤੇ ਦੂਜਾ ਸਿਕਿਉਰਿਟੀ। ਲੈ ਦੇਣ ਰਿਪੋਰਟ ਕਾਰਡ ਕਿੱਥੋਂ ਸਿਕਿਉਰਿਟੀ ਕੱਟ ਕੀਤੀ ਹੈ, ਵਿਰੋਧੀ ਪਾਰਟੀਆਂ ਦੀ ਕਰਤੀ ਨਾ, ਉਹ ਤਾਂ ਠੀਕ ਹੈ, ਉਹ ਗਲਤ ਨਹੀਂ ਕੀਤਾ। ਆਪਦੇ 'ਚ ਕੀ ਫਰਕ ਪਾ ਲਿਆ? ਇੰਨੇ ਮਿਨਿਸਟਰਾਂ ਦੀ, ਇੰਨੇ ਉਹਨਾਂ ਨੂੰ ਸਿਕਿਉਰਿਟੀ ਦੀ ਲੋੜ ਕੀ ਹੈ? ਕਿਹੜਾ ਇਹਨਾਂ 'ਚੋਂ ਹਿੱਟ ਲਿਸਟ ਤੇ ਹੈ? ਕਿਹਦੇ ਨਾਲ ਦੁਸ਼ਮਣੀ ਹੈ? ਸਿਰਫ ਟੌਰ, ਉਹ ਇੱਕ ਸਟੇਟਸ ਦਾ ਸਿੰਬਲ ਹੈ ਵੀ ਇੰਨੇ ਬੰਦੇ। ਸੋ ਇਹ ਕੋਈ ਐ ਨਹੀਂ ਵੀ ਆਪਾਂ ਪ੍ਰੈਜੂਡਿਸਡ ਥਿੰਕਿੰਗ ਹੈ। ਮੈਂ ਕਹਿੰਦਾ ਕਰਨ ਗੱਲ ਪਬਲਿਕਲੀ ਆ ਕੇ ਕਿਤੇ ਵੀ ਸਾਡੇ ਲਾਈਫ ਸਟਾਈਲ ਦਾ ਫਰਕ ਹੈ। ਸੋ ਸਿਕਿਉਰਿਟੀ ਉਵੇਂ ਹੈ, ਉਵੇਂ ਮਤਲਬ ਨਾਲ ਗੱਡੀਆਂ ਚੱਲਦੀਆਂ ਨੇ, ਉਵੇਂ ਉਹਨਾਂ ਨੂੰ ਲਾਈਟਾਂ 'ਤੇ ਲੰਘਾਇਆ ਜਾਂਦਾ ਹੈ, ਉਹ ਸਭ ਕੁਛ ਉਵੇਂ ਹੈ। ਇਦੋਂ ਅਗਲਾ ਜਿਹੜਾ ਹੁੰਦਾ ਫਜ਼ੂਲ ਖਰਚੀ, ਵੀ ਤੁਹਾਡੇ ਮਿਨਿਸਟਰ ਨੂੰ ਜਾਂ MLA ਆ ਜਾਂ MP ਉਹ ਸਰਕਾਰੀ ਖਰਚੇ 'ਤੇ ਅਯਾਸ਼ੀ ਬੰਦ ਕਰਨ। ਅਯਾਸ਼ੀ ਦਾ ਸਭ ਤੋਂ ਪਹਿਲਾ ਰੂਪ ਹੁੰਦਾ ਹੈ ਉਹ ਮਹਿੰਗੇ ਹੋਟਲਾਂ 'ਚ ਖਾਣਾ ਖਾਂਦੇ ਨੇ ਅਤੇ ਮਹਿੰਗੇ ਹੋਟਲਾਂ 'ਚ ਠਹਿਰਦੇ, ਅਤੇ ਸਰਕਾਰੀ ਗੱਡੀਆਂ 'ਤੇ ਸਫ਼ਰ ਕਰਦੇ ਨੇ ਫਜ਼ੂਲ, ਜਿੱਥੇ ਲੋੜ ਵੀ ਨਹੀਂ ਹੁੰਦੀ। ਮੈਂ ਕਹਿੰਦਾ ਇੱਕੋ ਹੀ ਕੋਈ ਪੱਤਰਕਾਰ ਕਢਾ ਲੇ ਵੀ ਜਦੋਂ ਦੀ ਇਹ ਸਰਕਾਰ ਬਣੀ ਹੈ, ਰਾਘਵ ਚੱਡੇ ਦਾ ਜਿਹੜਾ ਸੁਖ ਵਿਲਾਸ ਜਾਂ ਓਬਰਾਏ ਹੋਟਲ ਹੈ, ਉੱਥੋਂ ਦਾ ਬਿੱਲ ਦੇਣ ਕਿੰਨਾ ਹੋ ਗਿਆ। ਉਹੀ ਹੋਟਲ ਲੱਭਿਆ ਰਾਘਵ ਚੱਡਾ ਦਾ, ਸਭ ਤੋਂ ਮਹਿੰਗਾ ਟੋਟਲ। ਇਹ ਕੀ ਹੈ? ਮਾਨਸਿਕਤਾ ਕੀ ਹੈ? ਕਿੰਨੇ ਮਤਲਬ ਬੇਕਿਰਕੀ ਆ ਪੰਜਾਬ ਪ੍ਰਤੀ। ਅਸੀਂ ਇਹ ਉਹੀ ਬੰਦਾ ਕਰੂ ਜਿਹਨੂੰ ਕੋਈ ਪਿਆਰ ਨਹੀਂ। ਇਹ ਗੱਲਾਂ ਚੱਲ ਰਹੀਆਂ, ਇਸ ਤਰ੍ਹਾਂ ਹੋ ਰਿਹਾ। ਮੈਂ ਕਹਿੰਦਾ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਸਾਰੇ ਸੁਪਰ ਰਿਚ ਨੇ, ਧਨਾਟ ਵੱਡੇ, ਉਹ ਕਿਉਂ ਨਹੀਂ ਆਪਦੇ ਖਰਚਿਆਂ 'ਤੇ ਕਿਉਂ ਲੈਂਦੇ ਨੇ ਸਰਕਾਰੀ ਖਜ਼ਾਨੇ 'ਚੋਂ ਖਰਚੇ? ਭਾਵੇਂ ਕਿਤੇ ਠਹਿਰਨਾ, ਭਾਵੇਂ ਖਾਣਾ, ਭਾਵੇਂ ਟਰੈਵਲ ਕਰਨਾ। ਇੰਨਾ ਅੰਨਾ ਪੈਸਾ 100 ਕਰੋੜ ਰੁਪਇਆ ਦੇ ਕੇ ਤਾਂ ਉਹਨਾਂ ਨੇ ਮੈਂਬਰੀਆਂ ਲਈਆਂ। ਉਹ ਕਰਨ ਉਦਾਹਰਨ ਸੈੱਟ, ਮਿਸਾਲ ਪੇਸ਼ ਕਰਨ ਲੋਕਾਂ ਸਾਹਮਣੇ ਕਿ ਮੈਂ ਨਹੀਂ। ਹੁਣ ਇਹ ਨਹੀਂ ਮਤਲਬ ਦਿਖਾਵੇ ਜਿਹਦੀਆਂ ਗੱਲਾਂ ਕਰਨੀਆਂ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੈ ਵੀ ਮੈਂ ਪੈਨਸ਼ਨ ਦੀ ਲੋਕ ਸੇਵਾ ਵਾਸਤੇ ਦੇਤੀ, ਬਸ ਸ਼ਰਮ ਨਹੀਂ ਆਉਂਦੀ। ਪੈਨਸ਼ਨ ਦੀ ਤਾਂ ਉਹਦੀ ਕਿੰਨੀ ਕੁ ਕਮਾਈ ਸੀ ਭਲਾ? ਉਹ ਵੀ ਜਦੋਂ ਸਾਰਾ ਰੌਲਾ ਪੈ ਗਿਆ, ਉਹ ਬੰਦ ਕਰਨ ਜਾ ਰਹੇ ਨੇ, ਬੰਦ ਕਰਤੀ। ਪਹਿਲਾਂ ਲਈ ਗਏ ਨੇ ਆਰਾਮ ਨਾਲ, ਪੈਨਸ਼ਨਾਂ ਵਧਾਈਆਂ, ਤਨਖਾਹਾਂ ਵਧਾਈਆਂ ਸਰਬਸੰਮਤੀ ਨਾਲ, ਸਾਰੀ ਕਲਾਸ ਨੇ, MLA ਦੀਆਂ ਸਹੂਲਤਾਂ ਵਧਾਈਆਂ, ਭੱਤੇ ਵਧਾਏ ਨੇ, ਸਭ ਕੁਛ ਵਧਾਇਆ। ਸੋ ਇਹ ਐਟੀਟਿਊਡ ਜਿਹੜਾ ਲੋਕਾਂ ਪ੍ਰਤੀ ਹੈ, ਇੱਥੋਂ ਤੁਸੀਂ ਹੁਣ ਅੰਦਾਜ਼ਾ ਲਾ ਲਓ ਸਫੀਸ਼ੈਂਟਲੀ ਵੀ ਅਜੇ ਤਾਂ 2 ਮਹੀਨੇ ਹੀ ਹੋਇਆ। ਮੈਂ ਕਹਿਣਾ ਤੁਸੀਂ 6 ਮਹੀਨਿਆਂ ਨੂੰ ਹੋਰ ਦੇਖ ਲਿਓ, ਹੋਰ ਖਿੜੂਗਾ ਰੰਗ ਇਹ, ਕਿਉਂਕਿ ਅੰਦਰ ਭੁੱਖ ਪਈ ਆ ਬਹੁਤ। ਜਿਹੜਾ ਨਾਰਸਿਸਿਜ਼ਮ ਹੈ ਨਾ ਬੰਦੇ ਦਾ, ਬੜੀ ਕਮਜ਼ੋਰੀ, ਵੀ ਮੇਰੀ ਮਹਿਮਾ ਹੋਵੇ, ਮੇਰਾ ਗੁਣਗਾਨ ਹੋਵੇ। ਅਤੇ ਪ੍ਰੈਸ ਦਾ ਕੰਮ ਨੁਕਤਾਚੀਨੀ ਕਰਨਾ ਹੁੰਦਾ, ਇਹਨਾਂ ਨਾਲ ਵੀ ਨਹੀਂ ਸੋਲੇਗਾ ਵੀ ਇਹ ਗੱਲਾਂ ਨਿਕਲ ਆਉਣਗੀਆਂ ਕਿਹਨੂੰ ਕਿੰਨਾ ਦਿੱਤਾ, ਕਿਹਨੂੰ ਕਿਵੇਂ ਸੈੱਟ ਕੀਤਾ। ਰਾਘਵ ਚੱਡੇ ਨੇ 2 ਨੰਬਰ ਸੈਕਟਰ ਦੇ ਵਿੱਚ ਭਗਵੰਤ ਮਾਨ ਵਾਲੀ ਦੇ ਗੁਆਂਢ 'ਚ ਸਮਝ ਲਓ, ਉਸੇ ਸੈਕਟਰ 'ਚ 50 ਨੰਬਰ ਕੋਠੀ ਲੈ ਲਈ ਹੈ ਸਰਕਾਰੀ, ਅਤੇ ਉੱਥੇ PRO ਹੈੱਡਕੁਆਟਰ ਬਣਾ ਲਿਆ ਆਪਦਾ। ਉਹ ਸਾਰੇ ਉਹਦੇ ਜਿਹੜੇ ਬੰਦੇ PRO ਹੈ, ਉਹਨੇ ਪਬਲਿਕ ਰਿਲੇਸ਼ਨਿੰਗ ਕਰਨੀ ਹੈ ਦਿੱਲੀ ਦੀ ਅਤੇ ਕੇਜਰੀਵਾਲ ਦੀ, ਚੱਡੇ ਦੀ ਅਤੇ ਕੇਜਰੀਵਾਲ ਦੀ। ਅਤੇ ਖਾ ਕਿੱਥੋਂ ਰਹੇ ਨੇ? ਖਜ਼ਾਨਾ ਕਿਹੜਾ? ਪੰਜਾਬ। ਸਾਰੀਆਂ ਤਨਖਾਹਾਂ ਉਹ ਪੰਜਾਬ ਦੇ ਉਹਦੇ 'ਚ ਬਹਿ ਰਹੀ।
ਤੇ ਹੁਣ ਇਹਨਾਂ ਨੇ ਇੱਕ ਨਵੀਂ ਸਕੀਮ ਲਿਆਂਦੀ ਹੈ ਵੀ ਕੁਛ ਇਹਨਾਂ ਨੇ ਬੰਦੇ ਤਿਆਰ ਕੀਤੇ ਨੇ ਜਿਹੜੇ ਹਰ ਮਿਨਿਸਟਰ ਨਾਲ ਡਿਪਿਊਟ ਹੋਣਗੇ। ਇੱਕ ਜੂਨੀਅਰ ਫੈਲੋ, ਇੱਕ ਅਸਿਸਟੈਂਟ, ਇੱਕ ਸੀਨੀਅਰ ਦੀ 1.25 ਲੱਖ ਤਨਖਾਹ ਹੋਊ, ਅਸਿਸਟੈਂਟ ਦੀ ਉਦੋਂ ਘੱਟ ਹੋਊ, ਜੂਨੀਅਰ ਦੀ ਉਦੋਂ ਘੱਟ ਹੋਊ, 60,000 ਤੋਂ ਘੱਟ ਕਿਸੇ ਦੀ ਨਹੀਂ ਹੋਊ। ਤੇ ਉਹ ਸਾਰੇ ਮਿਨਿਸਟਰਾਂ ਦੇ ਨਾਲ ਡਿਪਿਊਟ ਕੀਤੇ ਜਾਣਗੇ। ਐਕਚੁਅਲੀ ਉਹ ਦਿੱਲੀ ਦੇ, ਭਾਵੇਂ ਉਹ ਪੰਜਾਬ ਚੋਂ ਲੈਣ, ਉਹ ਹੋਣਗੇ ਕਿ ਦਿੱਲੀ ਦਾ ਪਰਛਾਵਾਂ ਜਿਹੜਾ ਲਗਾਤਾਰ ਕੋਈ ਮਿਨਿਸਟਰ ਕੀ ਕਰਦਾ, ਕੀ ਸੋਚਦਾ, ਕਿਹਨੂੰ ਮਿਲਦਾ, ਉਹ ਪਲ ਪਲ ਦੀ ਖਬਰ ਉਹਨਾਂ ਦੇ ਧਿਆਨ 'ਚ ਹੋਊਗੀ। ਆਹ ਕੰਮ ਹੋ ਰਿਹਾ ਹੈ। ਤੇ ਕੀ ਇੱਥੇ ਤੁਸੀਂ ਆ ਸਕਦੇ ਹੋ? ਇਹ ਗੱਲਾਂ ਮੈਂ ਕਹਿ ਰਿਹਾ ਤੇ ਤੁਸੀਂ ਆਉਣ ਵਾਲੇ ਦਿਨਾਂ 'ਚ ਥੋੜ੍ਹਾ ਜਿਹਾ ਆਪ ਨੀਝ ਨਾਲ ਦੇਖ ਲਿਓ, ਇਹ ਪ੍ਰਗਟ ਹੋ ਜਾਣਗੀਆਂ ਤੇ ਕਢਾ ਲਓ ਕਿਤੇ। ਹੋਰ 2 ਮਹੀਨਿਆਂ ਨੂੰ RTI ਪਾ ਕੇ ਨਾ ਵੀ ਦੱਸੋ ਜੀ ਮਿਨਿਸਟਰਾਂ ਦੇ ਨਾਲ ਸਟਾਫ ਕਿੰਨਾ ਤੇ ਕਿਹੜਾ ਕਿਹੜਾ ਤੇ ਕੀ ਕੀ ਉਹਦੇ ਕੰਮ। ਸਕੱਤਰ, OSD, ਫਲਾਣਾ ਧਮਕਾ, ਮਤਲਬ OSD ਦਾ ਕੈਬਨਿਟ ਰੈਂਕ ਦਾ ਰੁਤਬਾ ਉਹਦਾ, ਉਵੇਂ ਖਰਚੇ ਨੇ। ਇਹ ਸਾਰੀ ਯਾਸ਼ੀ ਕੀ ਹੈ? ਇਹ ਪੰਜਾਬ ਅਫੋਰਡ ਕਰ ਸਕਦਾ? ਕੋਈ ਹੈ ਦਰਦ ਉਹਨਾਂ ਨੂੰ ਪੰਜਾਬ ਦਾ? ਭਗਵੰਤ ਮਾਨ ਕਹਿੰਦਾ ਮੈਨੂੰ ਪੰਜਾਬ ਨਾਲ ਪਿਆਰ ਹੈ, ਮੈਨੂੰ ਦਰਦ ਹੈ, ਮੈਂ ਇਸ ਧਰਤੀ ਨਾਲ ਹਾਂ। ਤੇ ਦੂਜਿਆਂ ਨੂੰ ਉਹ ਬਾਹਰ ਜਿਹੜੇ ਬੰਦੇ ਭੱਜ ਰਹੇ ਨੇ ਉਹਨਾਂ ਨੂੰ ਤਾਨੇ ਜਾਂ ਮਿਹਣੇ ਵੀ ਮਾਰ ਰਿਹਾ ਵੀ ਉਹਨਾਂ 'ਚ ਜਿਵੇਂ ਕੋਈ ਪਿਆਰ ਨਹੀਂ ਪੰਜਾਬ ਨਾਲ, ਤਾਂ ਉਹ ਭੱਜ ਰਹੇ, ਸਾਨੂੰ ਪਿਆਰ ਹੈ। ਇਹੋ ਜਿਹੇ ਪਿਆਰ ਤੋਂ ਤਾਂ ਪੰਜਾਬ ਉਂਝੀ, ਮਤਲਬ ਮੈਂ ਕੁਛ ਕੁ ਗੱਲਾਂ ਅੱਜ ਆਪਾਂ ਇਹ ਕੀਤੀਆਂ ਨਾ, ਹੈ ਨਾ। ਸੋ ਕਰਜ਼ੇ ਬਾਰੇ ਤਾਂ ਭਾਈ ਪਹਿਲਾਂ ਤਾਂ ਇਹ ਗੱਲ, ਫਿਰ ਇਹ ਹੈ ਕਿ ਇਕੋਨਮੀ ਦਾ ਬੇਸਿਕ ਗੱਲ, ਜਨਰੇਸ਼ਨ ਐਂਡ ਡਿਸਟਰੀਬਿਊਸ਼ਨ ਆਫ ਕੈਪੀਟਲ, ਉਹਦੀ ਕੀ ਪਲਾਨ ਹੈ ਦੱਸੋ। ਉਹ ਸ਼ਾਇਦ ਚਲੋ ਬਜਟ 'ਚੋਂ ਪਤਾ ਲੱਗੂ, ਪਰ ਜਿਹੜੀ ਹੁਣ ਤੱਕ ਪਤਾ ਲੱਗੀ ਹੈ ਉਹ ਪਲਾਨ ਉਹੀ ਹੈ, ਮਾਡਲ ਉਹੀ ਹੈ ਜੋ ਦਿੱਲੀ 'ਚ ਲਾਗੂ ਹੋਇਆ। ਜਿਹੜੇ ਸੋਰਸ ਹੈ ਆਮਦਨ ਦੇ ਮੇਨ, ਉਹ ਹੋਣਗੇ ਸ਼ਰਾਬ ਤੇ ਐਕਸਾਈਜ਼। ਠੀਕ ਹੈ, ਦਿੱਲੀ 'ਚ ਵੀ ਐਂ ਹੋਇਆ। ਉਹ ਤੋਂ ਕਹਿੰਦੇ ਨੇ ਵੀ ਅਸੀਂ ਇਨਕਮ ਵਧਾਵਾਂਗੇ, ਵਧਾਉਣਗੇ, ਪਤਾ ਇਹਨਾਂ ਕੋਲ ਇੱਕ ਮਾਡਲ ਹੈ, ਪਰ ਉਹ ਇਨਕਮ ਜਾਊ ਕਿੱਥੇ? ਵੱਡੀ ਸਵਾਲ ਇਹ ਹੈ, ਕਿਵੇਂ ਵਧਾਉਣਗੇ? ਦੇਖੋ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ, ਪਿਛਲੀਆਂ ਸਾਰੀਆਂ ਸਰਕਾਰਾਂ ਨੇ, ਸਾਰੇ ਦੇਸ਼ 'ਚ ਇਹ ਚੱਲ ਰਿਹਾ ਹੈ ਕਿ ਜਿਹੜੀ ਸ਼ਰਾਬ ਦੀ ਹੈਗੀ ਹੈ ਨਾ ਡਿਸਟਰੀਬਿਊਸ਼ਨ, ਸਾਰਾ ਉਹ ਇੱਕ ਮਾਫੀਆ ਪੈਦਾ ਹੋ ਗਿਆ, ਇਜਾਰੇਦਾਰੀ ਹੈ। ਉਹਨਾਂ ਨੇ ਸਾਰੇ ਢੰਗ ਰਾਹ ਲੱਭੇ ਹੋਏ ਨੇ। ਬੋਲੀ ਹਰ ਥਾਂ ਤੇ ਆਪ ਨਹੀਂ ਤੁਸੀਂ ਐਂ ਲੱਗੂ ਵੀ ਜਿਵੇਂ ਖੁੱਲੀ ਬੋਲੀ ਹੋ ਰਹੀ ਹੈ ਤੇ ਬੰਦੇ ਉੱਥੋਂ ਲੈ ਰਹੇ ਨੇ, ਕਿਸੇ ਕੋਈ ਠੇਕਾ ਕਿਤੇ ਲੈ ਰਿਹਾ। ਉਹ ਸਾਰੀ ਪਰਪੜ ਉਹਲਾ ਹੀ ਆ ਵੀ ਇੱਕ ਬੰਦਾ 50 ਠੇਕੇ ਆਪਦੇ ਨਾਂ ਤੇ ਲੈਣ ਦੀ ਬਜਾਏ 500 ਠੇਕਾ ਆਪਦੇ ਅੱਡ ਬੰਦੇ ਜਿਹੜੇ ਭਰੋਸੇਯੋਗ ਉਹਨਾਂ ਦੇ ਨਾਂ ਤੇ ਲੈ ਰਿਹਾ। ਇਹ ਦਿੱਲੀ 'ਚ ਐਂ ਹੋਇਆ। ਤੇ ਸੇਮ ਤੁਸੀਂ ਇੱਥੇ ਦੇਖੋਗੇ, ਮਾਫੀਆ ਨਹੀਂ ਖਤਮ ਹੋਊ, ਇਜਾਰੇਦਾਰੀ ਨਹੀਂ ਖਤਮ ਹੋਊ, ਤੇ ਕਰਪਸ਼ਨ ਨਹੀਂ ਖਤਮ ਹੋਊ। ਉਹਨੂੰ ਰੈਗੂਲਰਾਈਜ਼ ਕਰ ਲੈਣਗੇ। ਉਹਦੇ 'ਚੋਂ ਬਕਾਇਦਾ ਤੈਅ ਹੋਊ ਕਿੰਨਾ ਦਿੱਲੀ ਨੂੰ ਜਾਣਾ ਤੇ ਕਿੰਨਾ ਪੰਜਾਬ 'ਚ ਰਹਿਣਾ, ਜਨਰੇਟ ਹੋਊ। ਦੂਜੀ ਗੱਲ, ਸ਼ਰਾਬ ਦੀ ਵਿਕਰੀ ਵਧਾਉਣ 'ਤੇ ਜ਼ੋਰ ਹੈ। ਤੇ ਜੇ ਕਿਸੇ ਰਾਜ ਦੇ ਵਿੱਚ, ਸਮਾਜ ਦੇ ਵਿੱਚ ਸ਼ਰਾਬ ਦੀ ਵਿਕਰੀ ਵੱਧਦੀ ਹੈ, ਇਹ ਕਿਹੜੀ ਚੀਜ਼ ਦੀ ਨਿਸ਼ਾਨੀ ਹੈ? ਕਿਹੜੀ ਇਹ ਪ੍ਰੋਗਰੈਸ ਹੈ? ਕਿਹੜੀ ਇਹ ਉન્નਤੀ ਹੈ? ਸਿਰਫ ਇਹ ਵੀ ਤੋਂ ਪੈਸਾ ਬਣਨਾ ਹੀ। ਸੋ ਪੰਜਾਬ 'ਚ ਹੋਊ, ਸ਼ਰਾਬ ਸਸਤੀ ਹੋਊ, ਠੇਕੇ ਵਧਣਗੇ, ਫੈਕਟਰੀਆਂ ਵਧਣਗੀਆਂ, ਉਹਦੀ ਖਪਤ ਵਧੂਗੀ, ਠੇਕਿਆਂ 'ਤੇ ਲਾਈਨਾਂ ਲੱਗਿਆ ਕਰਨਗੀਆਂ, ਸਸਤੀ ਕਰਨਗੇ। ਦਿੱਲੀ 'ਚ ਵੀ ਸਸਤੀ ਹੈ, ਸਾਰੇ ਦੇਸ਼ ਤੋਂ ਸਸਤੀ ਸ਼ਾਇਦ ਪੰਜਾਬ 'ਚ ਹੋ ਜੂਗੀ। ਵੀ ਤੁਸੀਂ ਪੀਣ ਵਾਲੇ ਬਣੋ, ਗੱਲ ਕੀ ਹੈ? ਇਹ 'ਚ ਹੁਣ ਤੁਸੀਂ ਦੇਖ ਲਓ ਕਿੱਡਾ ਕਿ ਹੈਲਦੀ ਪੰਜਾਬ ਤੇ ਰੰਗਲਾ ਪੰਜਾਬ।
ਇਹ ਹੋਣੀਆਂ, ਮੈਂ ਵਧਵੀਆਂ ਨਹੀਂ ਮੈਂ ਗੱਲਾਂ ਕਰ ਰਿਹਾ, ਬੜੀ ਭਰੋਸੇਯੋਗ ਓਥੈਂਟਿਕ ਇਨਫੋਰਮੇਸ਼ਨ ਹੈ ਵੀ ਉਹ ਐਂ ਪਲਾਨ ਕਰ ਰਹੇ ਨੇ। ਤੇ ਦੋਵੇਂ ਡਿਪਾਰਟਮੈਂਟ ਮਾਈਨਿੰਗ ਤੇ ਐਕਸਾਈਜ਼, ਇਹ ਨਾ ਮੇਨ ਸੋਮੇ ਪੰਜਾਬ 'ਚ ਲੁੱਟ ਦੇ ਜਾਂ ਆਮਦਨ ਦੇ, ਸਰਕਾਰੀ ਵੀ ਤੇ ਦੂਜੀ ਕਰਪਸ਼ਨ ਵੀ। ਤੇ ਦੋਵੇਂ ਮਹਿਕਮੇ ਕੇਜਰੀਵਾਲ ਨੇ ਜਾਂ ਦਿੱਲੀ ਵਾਲਿਆਂ ਨੇ ਬਿਲਕੁਲ ਆਪਦੇ ਹੱਥ 'ਚ ਰੱਖਿਆ। ਇੱਥੇ ਭਗਵੰਤ ਮਾਨ ਦਾ ਕੋਈ ਵੀ ਦਖਲ ਨਹੀਂ ਹੋਊਗਾ। ਉਹ ਮਿਨਿਸਟਰ ਵੀ ਕੁਝ ਨਹੀਂ ਕਰ ਸਕਣਗੇ, ਕੋਈ ਵੀ ਫੈਸਲਾ ਮਿਨਿਸਟਰਾਂ ਦੇ ਹੱਥ ਨਹੀਂ, ਉਹਨਾਂ ਨੇ ਚੁਣੇ ਹੀ ਉਹ ਆ ਮਿਨਿਸਟਰ। ਉੱਥੇ ਉਹ ਇੱਕ ਅਫਸਰ ਵੀ ਬਦਲ ਨਹੀਂ ਸਕਣਗੇ, ਚਪੜਾਸੀ ਵੀ ਨਹੀਂ ਬਦਲ ਸਕਣਗੇ ਟੋਟਲੀ। ਇਹ ਰੰਗ ਉਗੜੂ, ਐਵੇਂ ਨਹੀਂ, ਮੈਂ ਵੱਧਵੀਂ ਗੱਲ ਨਹੀਂ ਕਰ ਰਿਹਾ। ਇਹ ਮਾਡਲ ਹੈ ਦਿੱਲੀ ਲਾਗੂ ਹੋਇਆ ਤੇ ਇੱਥੇ ਵੀ ਲਾਗੂ ਹੋ। ਕਰਪਸ਼ਨ ਨਹੀਂ ਖਤਮ ਹੋਣੀ, ਉਹ ਰੈਗੂਲਰਾਈਜ਼ ਹੋ ਜੂ। ਮਾਈਨਿੰਗ ਚੱਲੂ, ਪਰ ਜਿਹੜੀ ਅੱਗੇ ਇਹ ਸੀ ਕਿ ਸਰਕਾਰੀ ਖਜ਼ਾਨੇ 'ਚ ਬਿਲਕੁਲ ਪੈਸਾ ਨਾ ਜਾਣਾ ਤੇ ਉਹਨਾਂ ਨੇ ਆਪਸ ਵਿੱਚ ਹੀ ਲੁੱਟੀ ਪੁੱਟੀ ਜਾਣਾ। ਇਹ ਹੈ ਕਿ ਸਰਕਾਰੀ ਖਜ਼ਾਨੇ 'ਚ ਜਾਊ ਕੁਛ, ਪਰ ਇਹਦਾ ਮਤਲਬ ਇਹ ਨਹੀਂ ਕਿ ਹੁਣ ਤਾਂ ਦੂਜੀ ਕਰਪਸ਼ਨ ਖਤਮ ਹੋ ਜਾਊਗੀ। ਇਹ ਨਿਕਲਣਗੀਆਂ ਰਿਪੋਰਟਾਂ, ਜੇ ਪ੍ਰੈਸ 'ਚ ਕੋਈ ਜਾਣ ਰਹੇਗੀ ਉਦੋਂ ਤੱਕ। ਹੁਣ ਤਾਂ ਹਾਲਤ ਹੈ, ਜਿਹੜੇ ਰਿਪੋਰਟਰ ਖਬਰ ਲਾਉਣੀ ਚਾਹੁੰਦਾ ਉਹਦਾ ਮਾਲਕ ਨਹੀਂ ਮੰਨ ਰਿਹਾ। ਸੈਟਿੰਗ ਮਾਲਕ ਨਾਲ, ਕਈ ਰਿਪੋਰਟਰਾਂ ਨਾਲ ਹੀ ਹੈ ਵੀ ਆਪਾਂ ਕੀ ਲੈਣਾ, ਅੱਖਾਂ ਬੰਦ ਕਰੋ, ਹੋਰ ਬਥੇਰੀਆਂ ਖਬਰਾਂ। ਸੋ ਬੜਾ ਕੁਛ ਹੈ ਜਿਹੜਾ ਮਤਲਬ ਜੇ ਪ੍ਰੈਸ ਨੇ ਕਰਨਾ ਹੁੰਦਾ ਹੁਣ ਤੱਕ ਆ ਨਹੀਂ ਆਉੜੀ ਕਿਸੇ ਪ੍ਰੈਸ ਨੂੰ ਵੀ ਯਾਰ ਖਰਚਾ ਇਸ਼ਤਿਹਾਰਾਂ ਤੇ ਸਰਕਾਰੀ ਇਸ਼ਤਿਹਾਰੇ ਨੇ ਲੋੜ ਕੀ ਹੈ। ਕਿਤੇ ਕਿਸੇ ਚੈਨਲ ਨੇ ਗੱਲ ਕੀਤੀ ਹੋਵੇ ਹੁਣ ਤੱਕ, ਕਿਸੇ ਅਖਬਾਰ ਨੇ ਕੀਤੀ। ਪ੍ਰੈਸ ਦਾ ਫਿਰ ਰੋਲ ਕੀ ਰਹਿ ਗਿਆ, ਜ਼ਿੰਮੇਵਾਰ। ਸੋ ਆ ਇੱਕ ਪੈਟਰਨ ਬਣ ਰਿਹਾ। ਸੋ ਜੇ ਤੁਸੀਂ ਭਗਵੰਤ ਮਾਨ ਦਾ ਖੇਤੀਬਾੜੀ ਯੂਨੀਵਰਸਿਟੀ 'ਚ ਲੈਕਚਰ ਸੁਣਿਆ ਹੋਵੇ, ਉਹ ਲੈਕਚਰ ਸੁਣਨਾ ਚਾਹੀਦਾ ਵੈਸੇ ਉਹਦਾ। ਮੈਨੂੰ ਇਹ ਲੱਗਿਆ ਵੀ ਟੂ ਬੀ ਫੇਅਰ, ਜੇ ਆਪਾਂ ਉਹਦੇ ਬਾਰੇ ਇੱਕ ਨਿਰਪੱਖ ਤੇ ਨਿਆਂ ਕਰਨਾ ਹੋਵੇ ਉਹਦੇ ਨਾਲ, ਮੈਂ ਇਹ ਕਹਿ ਸਕਦਾ ਵੀ ਆਪਾਂ ਉਹਦੇ ਪਹਿਲੀ ਗੱਲਬਾਤ 'ਚ ਵੀ ਕਿਹਾ ਸੀ, ਉਹਦੀ ਨੀਤ ਨਹੀਂ ਮਾੜੀ, ਉਹਦੀ ਭਾਵਨਾ ਨਹੀਂ ਮਾੜੀ। ਪਰ ਆਪਾਂ ਉਦੋਂ ਵੀ ਗੱਲ ਕੀਤੀ ਸੀ, ਜੇ ਦ੍ਰਿਸ਼ਟੀਕੋਣ ਸਹੀ ਨਹੀਂ ਤਾਂ ਨੀਤ ਤੇ ਭਾਵਨਾ ਉਲਟ ਵੀ ਪੈ ਜਾਂਦੀ ਹੈ। ਜੋ ਮਰਜ਼ੀ ਭਾਵਨਾ ਹੋਵੇ, ਤੁਸੀਂ ਬੜਾ ਕੁਛ ਤਬਾਹ ਕਰ ਸਕਦੇ। ਸੋ ਵਾਰ-ਵਾਰ ਇਹ ਸਰਟ ਕਰ ਰਿਹਾ, ਰਿਪੀਟ ਕਰ ਰਿਹਾ, ਮੇਰੀ ਨੀਤ ਮਾੜੀ ਨਹੀਂ, ਮੈਂ ਪੰਜਾਬ ਚਾਹ ਕਰਨਾ ਚਾਹੁੰਦਾ, ਮੈਨੂੰ ਪਿਆਰ ਆ ਪੰਜਾਬ ਨਾਲ, ਸ਼ਾਇਦ ਠੀਕ ਆ ਉਹਨੂੰ। ਸੋ ਉਹਦੇ 'ਚ ਮੈਨੂੰ ਇਹ ਲੱਗਦਾ ਸਭ ਤੋਂ ਖਤਰਨਾਕ ਗੱਲ ਹੈ ਕਿ ਆਪਦੇ ਬਾਰੇ ਉਹਨੇ ਇੱਕ ਭਰਮ ਸਿਰਜ ਲਿਆ। ਉਹ ਭਰਮ 'ਚ ਰਹਿ ਰਿਹਾ, ਮੈਂ ਇਮਾਨਦਾਰ ਹਾਂ, ਮੈਂ ਡੈਡੀਕੇਟਡ ਹਾਂ ਤੇ ਮੇਰੇ 'ਚ ਪੰਜਾਬ ਭਗਤੀ ਹੈਗੀ ਹੈ। ਤੇ ਇਸ ਕਰਕੇ ਨਾ ਉਹੋ ਜਿਹਾ ਬੰਦਾ ਫਿਰ ਸਿੱਖਦਾ ਨਹੀਂ, ਉਹ ਭਰਮ ਟੁੱਟਣਾ ਨਹੀਂ ਛੇਤੀ ਕੀਤਿਆਂ। ਤੇ ਜਦੋਂ ਭਰਮ ਨਹੀਂ ਟੁੱਟਦਾ, ਬੰਦਾ ਸਿੱਖੂ ਕਿਉਂ? ਉਹ ਤਾਂ ਸੋ ਸੈਲਫ ਅਸ਼ੋਰਡ, ਯਾਰ ਮੈਂ ਕਿਤੇ ਬੇਈਮਾਨ, ਦੱਸੋ ਮੈਂ ਕਿੱਥੇ ਪੈਸਾ ਜੋੜਿਆ। ਟੋਟਲੀ ਇਮਾਨਦਾਰ ਬੰਦਾ ਵੀ ਤਬਾਹ ਕਰ ਸਕਦਾ। ਦੈਟ ਵੇ ਗੁਰਚਰਨ ਸਿੰਘ ਟੌੜੇ ਨੇ, ਜਹੇਦਾਰ ਨੇ, ਆਪਾਂ ਮੰਨ ਸਕਦੇ ਹਾਂ ਕੋਈ ਕਰਪਸ਼ਨ ਨਹੀਂ ਕੀਤੀ, ਪੈਸਾ ਨਹੀਂ ਜੋੜਿਆ, ਜਾਇਦਾਦ ਨਹੀਂ ਬਣਾਈ, ਪਰ SGPC ਦਾ ਕੀ ਛੱਡਿਆ, ਸਾਡੀਆਂ ਸੰਸਥਾਵਾਂ ਦਾ ਕੀ ਛੱਡਿਆ? ਪੈਟਰਨਾਈਜ਼ ਤਾਂ ਕਰਤੀ ਨਾ ਕਰਪਸ਼ਨ। ਸੋ ਰਮਨੀਕ ਸਿੰਘ, ਆ ਗੱਲਾਂ ਆਪਾਂ ਫੇਰ ਅੱਜ ਮੈਂ ਰਿਪੀਟ ਕਰ ਰਿਹਾ ਕਿ ਆਪਾਂ ਜੇ ਗੱਲਬਾਤ ਖਤਮ ਕਰਨੀ ਹੈ ਇੱਕ ਪੋਜ਼ੀਟਿਵ ਨੋਟ 'ਤੇ ਕਰੀਏ। ਮੈਨੂੰ ਅਜੇ ਵੀ ਲੱਗਦਾ ਕਿ ਕਿਤੇ ਨਾ ਕਿਤੇ ਭਗਵੰਤ ਮਾਨ ਦਾ ਗਰਾਰੀ ਫਸ ਜਾਣੀ ਹੈ ਦਿੱਲੀ ਵਾਲਿਆਂ ਨੂੰ। ਜਿੰਨਾ ਉਹਨਾਂ ਨੇ ਜਲੀਲ ਕਰਨਾ ਨਾ ਰਾਘਵ ਚੱਡੇ ਹੋਰਿਆਂ ਨੇ, ਜਿਸ ਢੰਗ ਨਾਲ ਚੱਲਣਾ, ਉੱਥੇ ਉਹਦਾ ਕਿਤੇ ਨਾ ਕਿਤੇ ਉਹਦੀ ਪ੍ਰੋਬਲਮ, ਉਹਦੇ ਖਿਲਾਫ ਬੰਦੇ ਇਹਨਾਂ ਨੇ ਕਰਨੇ ਸ਼ੁਰੂ ਕਰ ਦੇਣੇ ਪੰਜਾਬ 'ਚ। ਮਿਨਿਸਟਰੀ ਕਰਦੇ ਨੇ, MLA ਕਰਦੇ ਨੇ, ਪ੍ਰੈਸ ਨੂੰ ਸਾਰਾ, ਕਿਉਂਕਿ ਸੈੱਟ ਰਾਘਵ ਚੱਡਾ ਕਰ ਰਿਹਾ। ਉੱਥੇ ਹੈਗਾ ਵੀ ਪ੍ਰਾਈਮ ਸਲੋਟ ਕੇਜਰੀਵਾਲ ਤੇ ਚੱਡੇ ਦਾ, ਸੈਕਿੰਡ ਭਗਵੰਤ।
ਤੇ ਭਗਵੰਤ ਕਿਉਂ ਨਹੀਂ ਚਾਹੂ ਵੀ ਸਾਰੀ ਖੇਡ ਤਾਂ ਮੇਰੀ ਹੈ, ਜਿੱਤੇ ਮੇਰੇ ਕਰਕੇ ਸਰਕਾਰ ਮੈਂ ਚਲਾ ਰਿਹਾ, ਦਿਨ ਰਾਤ ਮੈਂ ਇੱਕ ਕਰ ਰਿਹਾ। ਇਹ ਕੀ ਵੀ ਕ੍ਰੈਡਿਟ ਸਾਰਾ ਉਹਨਾਂ ਨੂੰ, ਸ਼ਾਇਦ ਕਿਤੇ ਜੇ ਰਹਿ ਗਿਆ ਕਣ ਉਹਦੇ ਚ ਥੋੜਾ ਬਹੁਤਾ ਪੰਜਾਬੀ ਅਣਖ ਦਾ ਨਾ, ਬਸ ਜੇ ਕਰਪਟ ਨਾ ਹੋਇਆ ਇਸ ਪੱਖੋਂ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਦੀ ਪੰਜਾਬ ਪ੍ਰਤੀ ਭਾਵਨਾ ਮਾੜੀ ਨਹੀਂ, ਪਰ ਵਿਅਕਤੀਆਂ ਪ੍ਰਤੀ ਬਹੁਤ ਮਾੜੀ ਹੈ। ਕਿਹਨੂੰ ਰੋਕਣਾ ਬਣਨ ਤੋਂ, ਕਿਹਨੂੰ ਬਣਾਉਣਾ ਹੈ, ਉਹ ਟੋਟਲ ਆਪਦੀ ਪਰਸਨਲ ਵਫਾਦਾਰੀ ਜੁੜ ਰਿਹਾ ਹੈ। ਅਮਨ ਅਰੋੜਾ ਨਹੀਂ ਬਣ ਸਕਦਾ ਮਿਨਿਸਟਰ, ਇਹ ਨਹੀਂ ਕਿ ਉਹਦੇ 'ਚ ਲਿਆਕਤ ਨਹੀਂ ਤੇ ਦੂਜੇ ਬੰਦਿਆਂ 'ਚ ਵੱਧ ਲਿਆਕਤ ਹੈ। ਆਹ ਫਰਕ ਜਿਹੜਾ ਭਗਵੰਤ ਮਾਨ ਦਾ, ਪੰਜਾਬ ਪ੍ਰਤੀ ਭਾਵਨਾ ਚੰਗੀ ਹੋ ਸਕਦੀ ਹੈ, ਵਿਅਕਤੀਆਂ ਪ੍ਰਤੀ ਉਹਦੀ ਕੋਈ ਚੰਗੀ ਭਾਵਨਾ ਨਹੀਂ। ਵਿਅਕਤੀ ਨੂੰ ਤਾਂ ਉਹ ਆਪਦੇ ਹਿਸਾਬ ਨਾਲ ਉਹਨੂੰ ਸੂਟ ਕਿਹੜਾ ਕਰਦਾ, ਉਹਨੂੰ ਸਰਬ ਕਿਹੜਾ ਕਰਦਾ। ਇਹ ਤੁਸੀਂ ਕਲੇਸ਼ ਪੈਂਦੇ ਇਹੋ ਜਿਹੇ ਜਿੱਥੇ ਇੰਨੀਆਂ ਮਤਲਬ ਭੁੱਖਾਂ ਪਈਆਂ ਹੋਣ, ਗੁਦਗਰਜੀਆਂ ਪਈਆਂ ਹੋਣ, ਉੱਥੇ ਸਭ ਕੁਝ ਠੀਕ ਠਾਕ ਨਾ ਪਰਿਵਾਰਾਂ 'ਚ ਚੱਲਦਾ ਹੁੰਦਾ ਤੇ ਨਾ ਪਾਰਟੀਆਂ 'ਚ। ਤੁਸੀਂ ਦੇਖ ਲਓਗੇ ਆਪਾਂ ਅੱਜ ਇਹ ਗੱਲ। ਵੈਸੇ ਅਸੀਂ ਵਿਸ਼ ਕਰਦੇ ਹਾਂ, ਸਾਡਾ ਜੀ ਕਰਦਾ ਵੀ ਉਹ ਖੜੇ ਕਿਤੇ ਯਾਰ ਦਿੱਲੀ ਵਾਲਿਆਂ ਦੇ ਖਿਲਾਫ, ਵੀ ਹੋਰ ਉਜਾੜਨਾ ਤੁਸੀਂ ਪੰਜਾਬ ਨੂੰ। ਹਾਂ, ਜਿਹੜੀ ਆਪਾਂ ਗੱਲ ਕੀਤੀ ਸੀ ਕਿ ਕੀ ਕਰ ਰਹੇ ਨੇ ਉੱਥੋਂ ਦਿਸਦਾ, ਜੋ ਨਹੀਂ ਕਰ ਰਹੇ ਉੱਥੋਂ ਵੀ ਪਤਾ ਲੱਗਦਾ ਹੁੰਦਾ। ਹੁਣ ਜ਼ੋਰ ਕੀ ਹੈ ਵੀ ਝੋਨੇ ਘਟਾਓ, ਦੈਟ ਵੀ ਠੀਕ ਹੈ, ਸਾਰਿਆਂ ਦੇ ਇਹ ਆਪਣਾ, ਪਰ ਨਾਲ ਪਾਣੀਆਂ ਬਾਰੇ ਵੀ ਪੰਜਾਬ ਦੇ ਪਾਣੀਆਂ ਤੇ ਹੱਕ ਕਿਹਦਾ ਹੈ? ਜੋ ਡਿਪਲੀਸ਼ਨ ਹੋ ਗਈ ਥੱਲੇ, ਉਹਨੂੰ ਰੀਚਾਰਜ ਕਰਨ ਦੀ ਕੀ ਪਲਾਨ ਹੈ ਇਹਨਾਂ ਕੋਲ? ਅਸੀਂ ਪਾਣੀ ਬਾਹਰ ਜਾਂਦਾ ਰਹੂ ਤੇ ਪੰਜਾਬ ਮਾਰੂਥਲ ਬਣਦਾ ਜਾਊਗਾ। ਅੱਜ ਤੱਕ ਮੂੰਹ ਵੀ ਨਹੀਂ ਖੋਲ੍ਹਿਆ। ਜਦੋਂ ਇਹਨਾਂ ਦੀ ਪੰਜਾਬ 'ਚੋਂ ਚੁਣੇ ਐਮਪੀ ਨੇ ਵੀ ਕਹਿਤਾ ਵੀ ਹਰਿਆਣੇ ਨੂੰ ਅਸੀਂ ਪਿੰਡ ਪਿੰਡ 'ਚ SYL ਦਾ ਪਾਣੀ ਪਹੁੰਚਾਉਣਾ ਹੈ, ਕੁਛ ਨਹੀਂ, ਚੁੱਪ ਹੈ। ਜਾਂ ਸਿਰਫ ਮਲਮੀ ਜੀ ਜੀਵਨਾ ਨਹੀਂ, ਪੰਜਾਬ ਤੇ ਪੰਜਾਬ ਦਾ ਹੀ ਹੱਕ ਹੈ, ਉਹ ਉਹਨਾਂ ਨੇ ਇੰਨਾ ਕੁ ਉਹਨਾਂ ਨੂੰ ਖੁੱਲ੍ਹ ਦਿੱਤੀ ਹੋਈ ਹੈ ਵੀ ਤੁਸੀਂ ਇਹ ਕਹਿੰਦੇ ਰਹੋ ਬਸ, ਇਦੋਂ ਅੱਗੇ ਨਹੀਂ। ਪਾਲਿਸੀ 'ਚ ਕਿਤੇ ਨਹੀਂ ਆਉਣਾ ਚਾਹੀਦਾ। ਸੋ ਗੱਲਾਂ ਸਭ ਨੂੰ ਚੰਗੀਆਂ ਲੱਗਦੀਆਂ ਵੀ ਝੋਨਾ ਘਟਾਓ ਜੀ, ਅਸੀਂ ਆਹ ਇਨਸੈਂਟਿਵ ਦੇ ਰਹੇ ਹਾਂ, ਅਸੀਂ ਆਹ ਦੇ ਰਹੇ ਹਾਂ। ਸੋ ਬਸ ਆਪਾਂ ਵਾਲੀ ਹੁਣ ਗੱਲਬਾਤ ਲੰਬੀ ਚੌੜੀ ਨਾ ਕਰੀਏ। ਜੋ ਕੋਈ ਕਰ ਰਿਹਾ ਉਹ ਵੀ ਦੇਖੋ, ਜੋ ਨਹੀਂ ਕਰ ਰਿਹਾ ਕਈ ਵਾਰ ਉਹਦੇ 'ਚੋਂ ਵੱਧ ਗੱਲ ਸਾਫ਼ ਹੁੰਦੀ ਹੈ। ਸੋ ਇੰਨੀ ਕੁ ਮੇਰਾ ਖਿਆਲ ਬਹੁਤ ਹੈ ਗੱਲਬਾਤ ਹੈ, ਤੇ ਬਾਕੀ ਚੱਲਦਾ ਰਹਿਣਾ ਹੈ ਸਿਲਸਿਲਾ। ਜਿੱਥੇ ਆਪਾਂ ਕਿਤੇ ਗਲਤ ਸਿੱਧ ਹੋਵਾਂਗੇ ਆਪਾਂ ਮੰਨ ਵੀ ਲਵਾਂਗੇ ਜੀ। ਹਾਂਜੀ, ਸੋ ਇਹ ਸਨ ਸਰਦਾਰ ਅਜਮੇਰ ਸਿੰਘ ਜੀ, ਜਿਨ੍ਹਾਂ ਦੀ ਅੱਜ ਦੀ ਗੱਲਬਾਤ ਪੰਜਾਬੀਆਂ ਨੂੰ ਚੇਤਾਵਨੀ ਰੂਪ 'ਚ ਲੈ ਲੈਣੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਦੱਸਿਆ ਵੀ ਪੰਜਾਬ ਮੂਹਰੇ ਜੋ ਸੰਕਟ ਨੇ ਉਹ ਬੜੇ ਪਹਾੜ ਰੂਪੀ ਨੇ, ਅਤੇ ਇਹਨਾਂ ਨੂੰ ਨਜਿੱਠਣ ਵਾਸਤੇ ਪਹਾੜ ਰੂਪੀ ਸਿਆਣਪਾਂ ਦੀ ਲੋੜ ਹੈਗੀ ਹੈ। ਉਹਨਾਂ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਆਪਦੇ ਖਦਸ਼ੇ ਵੀ ਜ਼ਾਹਿਰ ਕੀਤੇ। ਅੱਜ ਵਾਸਤੇ ਇੰਨਾ ਹੀ। ਅਗਲੀ ਵਾਰੀ ਫੇਰ ਆਪ ਸਭਨਾਂ ਦੇ ਰੂਬਰੂ ਹੋਵਾਂਗੇ ਇੱਕ ਹੋਰ ਮਸਲਾ ਲੈ ਕੇ, ਜਿਹਦਾ ਸਿੱਧਾ ਤਲਕ ਪੰਜਾਬ ਤੇ ਸਿੱਖ ਜਗਤ ਨਾਲ ਹੋਵੇਗਾ। ਇਸੇ ਦੇ ਨਾਲ ਹੀ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।